ਪ੍ਰਾਈਮ ਟਾਈਮ 'ਚ ਅੱਜ ਗੱਲ ਕਰਾਂਗੇ ਉਸ ਬਿੱਲ ਦੀ ਜਿਸ ਬਿੱਲ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਖੂਬ ਹੋ ਹੱਲਾ ਮੱਚਿਆ, ਖੂਬ ਵਿਵਾਦ ਹੋਇਆ। ਬਿੱਲ ਹੈ ਗੁਰਦੁਆਰਾ ਸੋਧ ਬਿੱਲ 2023, ਗੁਰਦੁਆਰਾ ਅਮੈਂਡਮੈਂਟ ਬਿੱਲ, ਸਿੱਖ ਗੁਰਦੁਆਰਾ ਅਮੈਂਡਮੈਂਟ ਬਿੱਲ 2023 ਜੋ ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਆਇਆ ਤੇ ਉਸ ਦੇ ਵਿੱਚ ਇੱਕ ਸੋਧ ਕੀਤੀ ਗਈ ਆ, ਇੱਕ ਨਵੀਂ ਧਾਰਾ ਉਸ ਦੇ ਵਿੱਚ ਐਡ ਕੀਤੀ ਗਈ ਜਿਸ ਨੂੰ ਹੁਣ ਮਨਜ਼ੂਰੀ ਦੇ ਲਈ ਗਵਰਨਰ ਦੇ ਕੋਲ ਭੇਜ ਦਿੱਤਾ ਹੈ। ਹਾਲਾਂਕਿ ਐਸਜੀਪੀਸੀ ਵੱਲੋਂ ਵਿਸ਼ੇਸ਼ ਇਜਲਾਸ ਸੱਦਿਆ ਗਿਆ, ਸਰਕਾਰ ਨੂੰ ਚੇਤਾਵਨੀ ਦਿੱਤੀ ਗਈ, ਬਕਾਇਦਾ ਇੱਕ ਮਤਾ ਪਾ ਕੇ ਇਸ ਬਿੱਲ ਨੂੰ ਰੱਦ ਕੀਤਾ ਗਿਆ ਤੇ ਐਸਜੀਪੀਸੀ ਨੇ ਇੱਥੋਂ ਤੱਕ ਕਿਹਾ ਕਿ ਸੀਐਮ ਤੁਰੰਤ ਇਸ ਨੂੰ ਵਾਪਸ ਲੈ ਕੇ ਮਾਫੀ ਮੰਗਣ। ਪਰ ਸਰਕਾਰ ਨੇ ਐਸਜੀਪੀਸੀ ਦੀ ਚੇਤਾਵਨੀ ਦੀ ਕੋਈ ਪਰਵਾਹ ਨਾ ਕਰਦੇ ਹੋਏ ਇਹ ਬਿੱਲ ਪੰਜਾਬ ਦੇ ਗਵਰਨਰ ਨੂੰ ਮਨਜ਼ੂਰੀ ਦੇ ਲਈ ਭੇਜ ਦਿੱਤਾ ਹੈ। ਹਾਲਾਂਕਿ ਇਹ ਵੀ ਇੱਕ ਵੱਖਰਾ ਮੁੱਦਾ ਹੈ ਕਿ ਗਵਰਨਰ ਉਸ ਤੇ ਕਿਸ ਤਰੀਕੇ ਨਾਲ ਆਪਣਾ ਪ੍ਰਤੀਕਰਮ ਦਿੰਦੇ ਨੇ ਜਾਂ ਕੀ ਉਸ ਨੂੰ ਮਨਜ਼ੂਰੀ ਦਿੰਦੇ ਨੇ ਜਾਂ ਫਿਰ ਉਹ ਉਸੇ ਤਰੀਕੇ ਨਾਲ ਲਟਕ ਜਾਂਦਾ ਹੈ। ਪਰ ਸਰਕਾਰ ਨੇ ਐਸਜੀਪੀਸੀ ਦੀ ਚੇਤਾਵਨੀ ਦੇ ਬਾਵਜੂਦ ਇਸ ਬਿੱਲ ਨੂੰ ਮਨਜ਼ੂਰੀ ਦੇ ਲਈ ਭੇਜ ਦਿੱਤਾ ਹੈ ਤੇ ਉਧਰ ਐਸਜੀਪੀਸੀ ਨੇ ਦੇਸ਼ ਦੇ ਗ੍ਰਹਿ ਮੰਤਰੀ ਤੋਂ ਇਸ ਮੁੱਦੇ ਤੇ ਵਿਚਾਰ ਚਰਚਾ ਕਰਨ ਦੇ ਲਈ ਸਮਾਂ ਮੰਗ ਲਿਆ। ਪਹਿਲਾਂ ਇਸ ਪੂਰੀ ਕਵਾਇਦ ਤੇ ਇੱਕ ਰਿਪੋਰਟ ਦੇਖਦੇ ਹਾਂ, ਉਸ ਤੋਂ ਬਾਅਦ ਮਹਿਮਾਨ ਸਾਡੇ ਨਾਲ ਜੁੜਨਗੇ ਔਰ ਫਿਰ ਇਸੇ ਮੁੱਦੇ ਤੇ ਚਰਚਾ ਨੂੰ ਅੱਗੇ ਵਧਾਵਾਂਗੇ। ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦਾ ਚਾਂਸਲਰ ਜਿਹੜਾ ਰਾਜਪਾਲ ਨਹੀਂ ਹੋਊਗਾ ਜੀ, ਮੁੱਖ ਮੰਤਰੀ ਦਾ ਚਾਂਸਲਰ। ਮੈਂ ਦ ਸਿੱਖ ਗੁਰਦੁਆਰਾਜ਼ ਅਮੈਂਡਮੈਂਟ ਬਿੱਲ 2023 ਪੇਸ਼ ਕਰਦਾ ਹਾਂ। ਖਾਸ ਇਜਲਾਸ ਸਦਕੇ 92 ਵਿਧਾਇਕਾਂ ਦੇ ਦਮਖਮ ਵਾਲੀ ਸੂਬਾ ਸਰਕਾਰ ਨੇ ਕੁਝ ਸਰਬਸੰਮਤੀ ਨਾਲ ਅਤੇ ਕੁਝ ਬਿੱਲ ਆਪਣੇ ਬਹੁਮਤ ਦੇ ਆਧਾਰ ਤੇ ਪਾਸ ਕਰਕੇ ਕਈ ਅਹਿਮ ਫੈਸਲੇ ਲਏ ਸਨ। ਸਰਕਾਰ ਵੱਲੋਂ ਪਾਸ ਕੀਤੇ ਇਨ੍ਹਾਂ ਬਿੱਲਾਂ ਨੇ ਹੁਣ ਗਵਰਨਰ ਦਫ਼ਤਰ ਤੱਕ ਦਾ ਰਾਹ ਤੈਅ ਕਰ ਲਿਆ ਹੈ ਅਤੇ ਪਾਸ ਕੀਤੇ ਗਏ 4 ਬਿੱਲਾਂ ਚੋਂ 2 ਬਿੱਲ ਗਵਰਨਰ ਦਫ਼ਤਰ ਤੱਕ ਪਹੁੰਚ ਚੁੱਕੇ ਨੇ। 2 ਬਿੱਲਾਂ 'ਚ ਦ ਸਿੱਖ ਗੁਰਦੁਆਰਾ ਅਮੈਂਡਮੈਂਟ ਐਕਟ ਹੈ ਔਰ ਦੂਸਰਾ ਉਸ ਤੋਂ ਇਲਾਵਾ ਪੰਜਾਬ ਪੁਲਿਸ ਐਕਟ ਜਿਸ 'ਚ ਅਮੈਂਡਮੈਂਟ ਕੀਤੀ ਗਈ ਹੈ। ਇਹ ਦੋਨੇ ਬਿੱਲ ਰਾਜ ਭਵਨ ਪਹੁੰਚੇ ਨੇ। ਵੇਖਣ ਵਾਲੀ ਗੱਲ ਇਹ ਹੈ ਕਿ ਹੁਣ ਇਨ ਦੋਨਾਂ ਬਿੱਲਾਂ 'ਚੋਂ ਕਿਸ ਨੂੰ ਪ੍ਰਵਾਨਗੀ ਮਿਲਦੀ ਹੈ ਔਰ ਕਿਆ ਇਹਨਾਂ ਨੂੰ ਰਾਸ਼ਟਰਪਤੀ ਕੋਲ ਭੇਜਿਆ ਜਾਂਦਾ ਹੈ ਜਾਂ ਫਿਰ ਪੌਕਟ ਕੀਤਾ ਜਾਂਦਾ ਹੈ ਜਾਂ ਕੰਸੈਂਟ ਦਿੱਤਾ ਜਾਂਦਾ ਹੈ ਔਰ ਜੇ ਮਨਜ਼ੂਰੀ ਨਹੀਂ ਮਿਲਦੀ ਰਿਜੈਕਟ ਕੀਤਾ ਜਾਂਦਾ ਹੈ ਕੋਈ ਕਾਰਨ ਦੱਸ ਕੇ ਤਾਂ ਉਸ ਤੇ ਟੇਕ ਕੀ ਰਹੇਗਾ ਸਰਕਾਰ ਦਾ ਔਰ ਕਿਸ ਤਰੀਕੇ ਦਾ ਰੁਖ ਆਮ ਆਦਮੀ ਪਾਰਟੀ ਸਰਕਾਰ ਅਪਣਾਏਗੀ। ਕਿਉਂਕਿ ਦੂਜੇ ਪਾਸੇ ਐਸਜੀਪੀਸੀ ਵੱਲੋਂ ਗੁਰਦੁਆਰਾ ਐਕਟ ਅਮੈਂਡਮੈਂਟ ਨੂੰ ਲੈ ਕੇ ਜਿੱਥੇ ਪਹਿਲਾਂ ਰਾਜ ਭਵਨ ਮੁਲਾਕਾਤ ਗਵਰਨਰ ਉਹਨਾਂ ਨਾਲ ਕੀਤੀ ਗਈ, ਉੱਥੇ ਹੀ ਕੇਂਦਰ ਦੇ ਜੋ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਉਹਨਾਂ ਤੋਂ ਅਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੋਂ ਟਾਈਮ ਮੰਗਿਆ ਜਾ ਰਿਹਾ ਹੈ। ਇੱਕ ਪਾਸੇ ਸਰਕਾਰ ਵੱਲੋਂ ਪਾਸ ਬਿੱਲਾਂ ਨੇ ਗਵਰਨਰ ਹਾਊਸ ਤੱਕ ਦਾ ਰਾਹ ਤੈਅ ਕੀਤਾ ਤਾਂ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਗ੍ਰਹਿ ਮੰਤਰੀ ਦੇ ਦਫ਼ਤਰ ਵੱਲ ਰੁਖ ਕਰ ਲਿਆ ਹੈ। ਬੀਤੇ ਦਿਨੀ ਗਵਰਨਰ ਨੂੰ ਮਿਲ ਕੇ ਇਨ੍ਹਾਂ ਬਿੱਲਾਂ ਤੇ ਆਪਣਾ ਰੋਸ ਜਤਾ ਚੁੱਕੀ ਕਮੇਟੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੁਲਾਕਾਤ ਦੇ ਲਈ ਵਕਤ ਮੰਗਿਆ ਹੈ। ਹਾਲਾਂਕਿ ਕਮੇਟੀ ਦੇ ਅਹੁਦੇਦਾਰ ਪਹਿਲਾਂ ਹੀ ਐਲਾਨ ਕਰ ਚੁੱਕੇ ਨੇ ਕਿ ਇਸ ਮਾਮਲੇ ਤੇ ਉਹ ਰਾਸ਼ਟਰਪਤੀ ਦੇ ਕੋਲ ਵੀ ਜਾਣਗੇ। ਚੰਡੀਗੜ੍ਹ ਤੋਂ ਅਮਨ ਭਾਰਦਵਾਜ ਦੇ ਨਾਲ ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਸਵਾਲ ਇਹ ਜ਼ਰੂਰ ਹੈਗਾ ਕਿ ਗਵਰਨਰ ਇਸ ਬਿੱਲ ਨੂੰ ਆਪਣੀ ਸਹਿਮਤੀ ਦੇਣਗੇ, ਆਪਣੀ ਮਨਜ਼ੂਰੀ ਦੇਣਗੇ ਜਾਂ ਫਿਰ ਇਹ ਕਵਾਇਦ ਲੰਬੀ ਚੱਲਦੀ ਹੈ। ਪਰ ਸਰਕਾਰ ਨੇ ਇਸ ਬਿੱਲ ਨੂੰ ਗਵਰਨਰ ਦੀ ਮਨਜ਼ੂਰੀ ਦੇ ਲਈ ਭੇਜ ਦਿੱਤਾ ਹੈ। ਸੋ ਇਹੀ ਅੱਜ ਦੀ ਡਿਬੇਟ ਦਾ ਪ੍ਰਾਈਮ ਟਾਈਮ ਡਿਬੇਟ ਦਾ ਮੁੱਦਾ ਹੈ ਔਰ ਪਹਿਲਾਂ ਡਿਬੇਟ ਪੁਆਇੰਟਸ ਤੇ ਨਜ਼ਰ ਪਾ ਲੈਂਦੇ ਆ। ਸਕਰੀਨ ਤੇ ਡਿਬੇਟ ਪੁਆਇੰਟਸ ਤੁਹਾਨੂੰ ਦਿਖਾਉਂਦੇ ਆ ਕਿ ਅੱਜ ਕਿੰਨਾ ਪੁਆਇੰਟਸ ਤੇ ਡਿਬੇਟ ਰਹਿਣ ਵਾਲੀ ਹੈ। ਸਭ ਤੋਂ ਵੱਡਾ ਪੁਆਇੰਟ, ਪਹਿਲਾ ਪੁਆਇੰਟ ਇਹ ਹੈ ਕਿ ਕੀ ਐਸਜੀਪੀਸੀ ਦਾ ਮਤਾ ਸਰਕਾਰ ਦੇ ਅੱਗੇ ਬੇਅਸਰ ਹੈ। ਜਿਵੇਂ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਐਸਜੀਪੀਸੀ ਨੇ ਮਤਾ ਪਾ ਕੇ ਸਰਕਾਰ ਨੂੰ ਚੇਤਾਵਨੀ ਦਿੱਤੀ, ਤੁਰੰਤ ਇਹ ਬਿੱਲ ਵਾਪਸ ਲੈਣ ਦੇ ਲਈ ਕਿਹਾ, ਸੀਐਮ ਦੀ ਮਾਫੀ ਤੱਕ ਦੀ ਮੰਗ ਕੀਤੀ, ਪਰ ਸਰਕਾਰ ਨੇ ਉਸ ਦੀ ਪਰਵਾਹ ਨਹੀਂ ਕੀਤੀ। ਉਹ ਬੇਅਸਰ ਲੱਗ ਰਿਹਾ ਕਿਉਂਕਿ ਸਰਕਾਰ ਨੇ ਬਿੱਲ ਜਿਹੜਾ ਹੈ ਉਹ ਅੱਗੇ ਭੇਜ ਦਿੱਤਾ ਹੈ। ਦੂਸਰਾ ਪੁਆਇੰਟ, ਕੀ ਬਿੱਲਾਂ ਤੇ ਗਵਰਨਰ ਮੋਹਰ ਲਾਉਣਗੇ? ਇਹ ਸਭ ਤੋਂ ਵੱਡਾ ਸਵਾਲ ਹੈ ਇਸ ਵੇਲੇ। ਜਿਸ ਕਿਸੇ ਨਾਲ ਵੀ ਇਹ ਜ਼ਿਕਰ ਹੁੰਦਾ, ਇਹ ਗੱਲ ਹੁੰਦੀ ਹੈ ਕਿ ਬਿੱਲ ਗਵਰਨਰ ਦੇ ਕੋਲ ਚਲੇ ਗਏ ਤਾਂ ਪਹਿਲਾ ਸਵਾਲ ਇਹੀ ਹੁੰਦਾ ਕਿ ਕੀ ਗਵਰਨਰ ਇਸ ਨੂੰ ਆਪਣੀ ਮਨਜ਼ੂਰੀ ਦੇਣਗੇ? ਕਿਉਂਕਿ ਗਵਰਨਰ ਪਿਛਲੇ ਦਿਨਾਂ ਦੇ ਵਿੱਚ ਇਹ ਕਹਿ ਚੁੱਕੇ ਨੇ ਕਿ ਜੋ ਵੀ ਫੈਸਲਾ ਹੋਏਗਾ ਉਹ ਸੰਵਿਧਾਨ ਦੇ ਮੁਤਾਬਕ ਹੋਏਗਾ ਤੇ ਸੰਵਿਧਾਨ ਦੇ ਵਿੱਚ ਜੇ ਕੋਈ ਚੀਜ਼ ਇਜਾਜ਼ਤ ਨਹੀਂ ਦਿੰਦੀ ਤਾਂ ਉਹ ਬਿਲਕੁਲ ਵੀ ਮਨਜ਼ੂਰੀ ਨਹੀਂ ਦੇਣਗੇ। ਅਗਲੀ ਗੱਲ, ਕੀ ਕੇਂਦਰ
ਐਸਜੀਪੀਸੀ ਦੀ ਮਦਦ ਕਰ ਸਕਦਾ ਹੈ, ਕਿਉਂਕਿ ਐਸਜੀਪੀਸੀ ਵਾਰ-ਵਾਰ ਕਹਿ ਰਹੀ ਹੈ ਕਿ ਇਹ ਕੇਂਦਰ ਦਾ ਬਿੱਲ ਹੈ, ਕੇਂਦਰ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਹੈ ਔਰ ਅਗਲੇ ਦਿਨਾਂ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਤੋਂ ਐਸਜੀਪੀਸੀ ਨੇ ਸਮਾਂ ਵੀ ਮੰਗਿਆ। ਸੋ ਐਸੇ ਵਿੱਚ ਕੀ ਕੇਂਦਰ ਦੇ ਹੱਥ ਦੇ ਵਿੱਚ ਕਿੰਨਾ ਕੁ ਇਹ ਰਹਿਣ ਵਾਲਾ ਹੈ। ਇਹ ਪੁਆਇੰਟਸ ਨੇ, ਡਿਬੇਟ ਪੁਆਇੰਟਸ। ਸ਼ੁਰੂਆਤ ਕਰਦੇ ਹਾਂ, ਪਹਿਲਾਂ ਮਹਿਮਾਨ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਤਾਰੁਫ ਕਰਵਾ ਦਿੰਦੇ ਆ। ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਡਾਕਟਰ SS ਆਹਲੂਵਾਲੀਆ ਸਾਹਿਬ ਜੁੜੇ ਨੇ, ਸਾਡੇ ਨਾਲ ਕਾਂਗਰਸ ਪਾਰਟੀ ਤੋਂ ਐਡਵੋਕੇਟ ਅਰਸ਼ਪ੍ਰੀਤ ਸਿੰਘ ਖਡਿਆਲ ਜੁੜੇ ਨੇ, ਸਾਡੇ ਨਾਲ ਬੀਜੇਪੀ ਤੋਂ ਦਿਆਲ ਸੋਢੀ ਸਾਹਿਬ ਜੁੜੇ ਨੇ ਔਰ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਕਰਨੈਲ ਸਿੰਘ ਪੀਰ ਮੁਹੰਮਦ। ਸਾਰੇ ਮਹਿਮਾਨਾਂ ਦਾ ਸਵਾਗਤ ਹੈ। ਸ਼ੁਰੂਆਤ ਮੈਂ ਕਰੂੰਗਾ ਆਹਲੂਵਾਲੀਆ ਸਾਹਿਬ ਤੁਹਾਡੇ ਤੋਂ। ਸਿੱਧਾ ਮੇਰਾ ਬੜਾ ਸਵਾਲ ਹੈ ਕਿ ਐਸਜੀਪੀਸੀ ਨੇ ਬਕਾਇਦਾ ਇਜਲਾਸ ਬੁਲਾਇਆ, ਬਕਾਇਦਾ ਜਿਹੜਾ ਸੀ ਮਤਾ ਪਾਇਆ ਔਰ ਮਤੇ ਦੇ ਵਿੱਚ ਨਖੇਦੀ ਕੀਤੀ ਗਈ। ਇਸ ਜਿਹੜਾ ਸਰਕਾਰ ਲੈ ਕੇ ਆਈ ਹੈ ਅਮੈਂਡਮੈਂਟ, ਇਸ ਨੂੰ ਰੱਦ ਕੀਤਾ ਗਿਆ ਔਰ ਸਿੱਧੇ ਤੌਰ ਤੇ ਉਹਨਾਂ ਨੇ ਕਹਿਤਾ ਕਿ ਸਰਕਾਰ ਇਸ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲਵੇ ਔਰ ਸੀਐਮ ਮਾਫੀ ਮੰਗਣ। ਪਰ ਉਹਦੇ ਬਾਵਜੂਦ ਬਿੱਲ ਗਵਰਨਰ ਦੇ ਕੋਲ ਪਾਸ ਹੋਣ ਦੇ ਲਈ ਪਹੁੰਚ ਗਿਆ, ਯਾਨੀ ਸਰਕਾਰ ਐਸਜੀਪੀਸੀ ਦੀ ਚੇਤਾਵਨੀ ਦਾ ਸਰਕਾਰ ਤੇ ਕੋਈ ਅਸਰ ਨਹੀਂ, ਇਹੀ ਸਮਝਿਆ ਜਾਵੇ ਜੀ। ਤੋਂ ਪਹਿਲੀ ਗੱਲ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਇਹ ਬਿੱਲ ਲੈ ਕੇ ਆਉਣ ਦੀ ਜ਼ਰੂਰਤ ਕਾਹਨੂੰ ਪਈ? 13 ਮਹੀਨੇ ਪਹਿਲਾਂ ਮਾਨ ਸਾਹਿਬ ਨੇ ਕਿਹਾ ਸੀ ਐਸਜੀਪੀਸੀ ਨੂੰ ਕਿ ਇਹ ਬਿੱਲ ਹੈਗਾ ਜੀ, ਇਹ ਜਿਹੜੀ ਗੁਰਬਾਣੀ ਦਾ ਪ੍ਰਸਾਰਣ ਹੈਗਾ ਇਹਨੂੰ ਫ੍ਰੀ ਟੂ 에ਅਰ ਕਰ ਦਿਓ, ਇਹਨੂੰ ਇੱਕ ਚੈਨਲ ਕੋਲ ਮੋਨੋਪੋਲਾਈਜ਼ ਨਾ ਹੋਣ ਦਿਓ ਜੀ। ਜਿਸ ਹਿਸਾਬ ਨਾਲ ਰਿਕੁਐਸਟ ਕੀਤੀ ਗਈ, ਪਹਿਲਾਂ ਕਿਹਾ ਗਿਆ, ਫਿਰ ਉਸ ਤੋਂ ਬਾਅਦ ਦੇਖੋ ਜਥੇਦਾਰ ਸਾਹਿਬ ਨੇ ਕਿਹਾ ਐਸਜੀਪੀਸੀ ਨੂੰ ਕਿ ਵੀ ਤੁਸੀਂ ਇਹਨੂੰ ਆਪਣਾ ਚੈਨਲ ਬਣਾ ਕੇ ਕਰ ਦਿਓ। 13 ਮਹੀਨੇ 'ਚ ਹੋਇਆ ਕੁਝ ਨਹੀਂ। ਜਿਹੜੇ ਹੋਰ ਮੁੱਖ ਮੰਤਰੀ ਵਾਕੋਂ ਮਾਨ ਸਾਹਿਬ ਵੀ ਅਗਰ ਨਾ ਕਰਦੇ ਔਰ ਉਹ ਕਹਿੰਦੇ ਕਿ ਕੋਈ ਗੱਲ ਨਹੀਂ, ਮੈਨੂੰ ਕੀ ਲੋੜ ਹੈਗੀ ਹੈ ਗੱਲ ਕਰਨ ਦੀ, ਪਰ ਮਾਨ ਸਾਹਿਬ ਨੇ ਕਿਹਾ ਕਿ ਗੁਰਬਾਣੀ ਹਰ ਇੱਕ ਦੇ ਘਰ ਤੱਕ ਪਹੁੰਚਾਣੀ ਹੈ, ਫ੍ਰੀ ਪਹੁੰਚਾਣੀ ਹੈ, ਫ੍ਰੀ ਟੂ 에ਅਰ ਕਰਨੀ ਹੈ। ਇਹ ਸਾਰੀਆਂ ਚੀਜ਼ਾਂ ਕਾਹਦੇ ਲਈ ਕੀਤੀ ਜੀ? ਗੁਰਬਾਣੀ ਲਈ ਕੀਤੀ। ਉਹ ਸਾਡੀ ਡਿਊਟੀ ਹੈ। ਸਰਦਾਰ ਭਗਵੰਤ ਸਿੰਘ ਮਾਨ ਇਹ ਸਮਝਦੇ ਹੈ ਕਿ ਜੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਤੇ ਉਹਨਾਂ ਦੀ ਡਿਊਟੀ ਹੈ, ਇਹ ਕੰਮ ਵੀ ਉਹਨਾਂ ਦੀ ਡਿਊਟੀ ਚ ਆਉਂਦਾ। ਲੋਕੀ ਕਹਿੰਦੇ ਸੀ ਕਿ ਕਾਹਨੂੰ ਜੀ ਪੀਟੀਸੀ ਤੇ ਕਾਹਦੇ ਲਈ ਪੈਸੇ ਦੇ ਕੇ ਪੀਟੀਸੀ ਤੇ ਦੇਖੀਏ, ਹੋਰ ਚੈਨਲਾਂ ਨੂੰ ਵੀ ਇਹਦਾ ਇਕੁਅਲ ਰਾਈਟ ਹੋਣਾ ਚਾਹੀਦਾ। ਦੇਸ਼ ਵਿਦੇਸ਼ ਚ ਦੀ ਡਿਮਾਂਡ ਸੀਗੀ, ਜਿਹਦੇ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਪਹਿਲਾਂ ਇਹਨਾਂ ਨੂੰ ਅਪੀਲ ਕੀਤੀ, ਪਰ ਅਪੀਲ ਤੇ ਹੋਇਆ ਕੁਝ ਨਹੀਂ। ਔਰ ਜਦ ਅਪੀਲ ਤੇ ਕੁਝ ਨਾ ਹੋਇਆ, ਹੋਰ ਸਿੱਖ ਸੰਗਤ ਨਾਲ ਗੱਲ ਕੀਤੀ, ਸਿੱਖ ਸਕਾਲਰਸ ਨਾਲ ਡਿਸਕਸ਼ਨ ਕਰਦੇ, ਉਹ ਕਹਿੰਦੇ ਜੀ ਸਾਡੀ ਤਾਂ ਬੜੀ ਪੁਰਾਣੀ ਡਿਮਾਂਡ ਹੈ, ਪਰ ਕਰੀਏ ਕੀ? ਇੱਕੋ ਚੈਨਲ ਨੂੰ ਦਿੱਤਾ ਜਾ ਰਿਹਾ ਹੈ। ਕਿਹੜੇ ਚੈਨਲ ਨੂੰ ਦਿੱਤਾ ਜਾ ਰਿਹਾ ਹੈ ਸਭ ਨੂੰ ਪਤਾ ਹੈ, ਕਿਉਂ ਦਿੱਤਾ ਜਾ ਰਿਹਾ ਉਹ ਵੀ ਸਭ ਨੂੰ ਪਤਾ ਹੈ। ਇਹ ਕਹਿੰਦੇ 11 ਸਾਲ ਦਾ ਕੰਟਰੈਕਟ ਸੀ। ਜੇ ਅੱਜ ਵੀ ਸਰਦਾਰ ਭਗਵੰਤ ਸਿੰਘ ਮਾਨ ਇਹ ਆਵਾਜ਼ ਨਾ ਚੱਕਦੇ ਤੇ ਅਗਲੇ 11 ਸਾਲ ਲਈ ਫਿਰ ਤੋਂ ਗਹਿਣੇ ਰੱਖ ਦੇਣਾ ਸੀ ਗੁਰਬਾਣੀ ਨੂੰ ਉਸੇ ਚੈਨਲ ਤੇ। ਕੀ ਇਸ ਦੇ ਲਈ ਸਿਰਫ ਬਿੱਲ ਲਿਆਉਣਾ ਹੀ ਇੱਕ ਜ਼ਰੀਆ ਸੀ ਜਾਂ ਐਸਜੀਪੀਸੀ ਨਾਲ ਗੱਲਬਾਤ ਕਰਕੇ ਵੀ ਇਸ ਨੂੰ ਸੁਲਝਾਇਆ ਜਾ ਸਕਦਾ ਸੀ? ਐਸਜੀਪੀਸੀ ਦੇ ਉੱਤੇ ਕਿਹੜੇ ਬੰਦੇ ਇਹੋ ਜਿਹੇ ਨੇ ਜਿਹੜੀ ਐਸਜੀਪੀਸੀ ਸਾਡੀ ਛੱਡੋ, ਐਸਜੀਪੀਸੀ ਦੇ ਪ੍ਰਧਾਨ ਦੀ ਨਹੀਂ ਸੁਣੀ ਜਾਂਦੀ, ਜਥੇਦਾਰ ਸਾਹਿਬ ਦੀ ਨਹੀਂ ਸੁਣੀ ਜਾਂਦੀ, ਕਿਸੇ ਮੈਂਬਰ ਦੀ ਨਹੀਂ ਸੁਣੀ ਜਾਂਦੀ। ਮੈਂ ਨਹੀਂ ਕਹਿ ਰਿਹਾ, ਇਹ ਬੀਬੀ ਜਗੀਰ ਕੌਰ ਜਿਹੜੀ ਕਿ ਇਹਨਾਂ ਦੀ ਪ੍ਰਧਾਨ ਰਹਿ ਚੁੱਕੇ, ਉਹ ਕਹਿ ਰਹੇ ਇੰਟਰਵਿਊ ਚ ਓਪਨਲੀ ਕਹਿ ਰਹੇ ਨੇ, ਉਹ ਕਹਿੰਦੇ ਜੀ ਲਿਫਾਫਾ ਕਲਚਰ ਹੈ, ਮੈਂ ਕਹਿੰਦੀ ਖੁਦ ਲਿਫਾਫੇ ਕੱਢਦੀ ਰਹੀ ਹਾਂ। ਜਦ ਬੀਬੀ ਜਗੀਰ ਕੌਰ ਇਹ ਕਹਿ ਰਹੀ ਹੈ, ਐਸਜੀਪੀਸੀ ਪ੍ਰਧਾਨ ਹੈ ਗੱਲ ਕਹਿ ਰਹੀ ਹੈ, ਫਿਰ ਰਹਿ ਕੀ ਗਿਆ? ਸੋਮਵਾਰ ਨੂੰ ਬੁਲਾਇਆ ਜਾਂਦਾ ਹੈ ਤੇ ਇਤਵਾਰ ਨੂੰ ਇੱਥੇ ਆ ਕੇ ਮੀਟਿੰਗ ਕੀਤੀ ਜਾਂਦੀ ਹੈ, ਕਿਹਨਾਂ ਨਾਲ? ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨਾਲ। ਹੁਕਮ ਲੈ ਕੇ ਜਾਇਆ ਜਾਂਦਾ ਇੱਥੋਂ ਔਰ ਉੱਥੇ ਜਾ ਕੇ ਕਹਿ ਦਿੱਤਾ ਜਾਂਦਾ ਗੁਰਬਾਣੀ ਦੇ ਉੱਤੇ ਡਿਸਕਸ਼ਨ ਹੀ ਨਹੀਂ। ਪੂਰਾ ਸੈਸ਼ਨ ਬੁਲਾਇਆ, ਗੁਰਬਾਣੀ ਤੇ ਡਿਸਕਸ਼ਨ ਨਹੀਂ। ਜਿਹੜਾ ਬੰਦਾ ਕੁਝ ਬੋਲਣ ਲੱਗਦਾ ਸੀ ਉਹਦਾ ਮਾਈਕ ਬੰਦ ਕਰ ਦਿੱਤਾ ਜਾਂਦਾ। ਦੇਖਿਆ ਸੀ ਲਾਈਵ ਪ੍ਰਸਾਰਣ, ਦੇਖਿਆ ਐਸਜੀਪੀਸੀ ਨੇ ਕਰ ਰਿਹਾ ਸੀ, ਜਿਹੜਾ ਬੋਲਣ ਲੱਗਦਾ ਸੀ ਇੱਕਦਮ ਕੈਮਰਾ ਹਟਾ ਦੇਣਾ। ਦੇਖੋ ਜਿਹੜੇ ਬੰਦੇ ਇੰਨੇ ਡਿਕਟੇਟਰ ਬਣ ਕੇ ਕੰਮ ਕਰਦੇ ਪਏ, ਇਹਨਾਂ ਨਾਲ ਡਿਸਕਸ਼ਨ ਨਾਲ ਨਿਕਲਣਾ ਕੀ ਹੈ? ਇੰਨੇ ਸਾਲਾਂ ਤੋਂ ਇਹਨਾਂ ਨਾਲ ਡਿਸਕਸ਼ਨ ਦਾ ਚੱਲ ਰਿਹਾ। ਪੀਰ ਮੁਹੰਮਦ ਜੀ ਤੋਂ ਮੈਂ ਇੱਕ ਜਵਾਬ ਲੈ ਲਾ। ਪੀਰ ਮੁਹੰਮਦ ਜੀ, ਐਸਜੀਪੀਸੀ ਨੇ ਚੇਤਾਵਨੀ ਦਿੱਤੀ, ਐਸਜੀਪੀਸੀ ਨੇ ਮਤਾ ਪਾ ਕੇ ਰੱਦ ਕੀਤਾ, ਪਰ ਸਭ ਕੁਝ ਬੇਅਸਰ ਹੋਇਆ ਔਰ ਸਰਕਾਰ ਨੇ ਆਪਣਾ ਰੁਖ ਸਪਸ਼ਟ ਕਰਤਾ। ਬਿੱਲ ਗਵਰਨਰ ਦੇ ਕੋਲ ਭੇਜ ਦਿੱਤਾ ਗਿਆ ਪਾਸ ਹੋਣ ਦੇ ਲਈ। ਕਿਸ ਤਰੀਕੇ ਨਾਲ ਦੇਖਦੇ ਹੋ? देखो पंजाब सरकार जानबूझ के टकराव वाली नीति बना रही है और ये टकराव जो बहुत महंगा पड़ेगा, क्योंकि कारण की है कि श्रोमणी अकाली दल गुरुद्वारा प्रबंधक कमेटी हमेशा हक सच ते न्याय ਲਈ ਲੜਦੀ ਰਹੀ ਹੈ। ਜਿੱਥੋਂ ਤੱਕ ਧਾਰਮਿਕ ਮਾਮਲਿਆਂ ਦੇ ਮਸਲੇ ਆ, ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਪਹਿਲਾਂ ਕਾਂਗਰਸ ਨੇ ਵੀ ਦਖਲਅੰਦਾਜ਼ੀ ਕਰਕੇ ਦੇਖ ਲਈ, ਬੀਜੇਪੀ ਵੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਇਹ ਜਿਸ ਤਰੀਕੇ ਦੇ ਨਾਲ ਇਸ ਮਸਲੇ ਦੇ ਉੱਤੇ ਇਕੱਠੇ ਹੋਏ ਬੈਠੇ ਆ, ਕਿਉਂਕਿ ਇਹਨਾਂ ਦੇ ਪਿੱਛੇ ਇੱਕ ਸ਼ੈ ਆ, ਇਹ ਆਪਣੇ ਆਪ ਨਹੀਂ ਕੁਝ ਵੀ ਕਰ ਰਹੇ,
ਤੇ ਉਸ ਨੂੰ ਜਿੰਨੀ ਦੇਰ ਤੱਕ ਇਹ ਗੱਲ ਨੂੰ ਸਮਝ ਨਹੀਂ ਜਾਂਦੇ, ਇਹ ਜਿਹੜਾ ਇਹਨਾਂ ਨੇ ਉਨੀ ਦੇਰ ਤੱਕ ਪਿੱਛੇ ਨਹੀਂ ਹਟਣਾ। ਕੌਣ ਇਕੱਠੇ ਹੋਏ ਬੈਠੇ ਹੈ, ਕੌਣ ਇਕੱਠੇ ਹੋਏ ਬੈਠੇ ਆ ਪੀਰ ਮੁਹੰਮਦ ਜੀ? ਇਸ ਮਸਲੇ ਦੇ ਉੱਤੇ ਕੇਂਦਰ ਸਰਕਾਰ ਦਾ ਵੀ ਇਹਨਾਂ ਨੂੰ ਸ਼ੈ ਹੈਗੀ ਹੈ, ਮੈਂ ਇਹ ਗੱਲ ਕਹਾਂਗਾ, ਕਿਉਂਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਜਿਹੜਾ ਇਹ ਮਸਲਾ ਹੈਗਾ ਨਾ, ਇਹ ਜਾਣ ਬੁੱਝ ਕੇ ਤੁਸੀਂ ਦੇਖੋ, ਪਹਿਲਾਂ ਦਿੱਲੀ ਤੋਂ ਸ਼ੁਰੂ ਹੋਇਆ, ਦਿੱਲੀ ਤੋਂ ਅੱਗੇ ਆ ਗਿਆ ਹਰਿਆਣਾ, ਹੁਣ ਹਰਿਆਣੇ ਤੋਂ ਪੰਜਾਬ ਵੱਲ ਨੂੰ ਤੁਰ ਪਏ ਆ, ਤੇ ਅੱਜ ਤੁਸੀਂ ਦੇਖੋ ਜਿਸ ਤਰੀਕੇ ਨਾਲ ਯੂਨੀਫਾਰਮ ਜਿਹੜਾ ਸਿਵਲ ਕੋਡ ਆਪਣੇ ਐਕਟ ਦੀ ਗੱਲ ਆ ਰਹੀ ਹੈ, ਉਹਦੇ ਉੱਤੇ ਫਿਰ ਇਕੱਠੇ ਹੋ ਗਏ ਨੇ ਇੱਥੇ। ਇਸ ਕਰਕੇ ਇਹਨਾਂ ਦੀਆਂ ਕੁਝ ਸਾਜ਼ਿਸ਼ਾਂ ਜਿਹੜੀਆਂ ਉਹ ਇਕੱਠੇ ਬੈਠ ਕੇ ਰਚਦੇ ਆ। ਸੋ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਇਹਦੇ ਵਿੱਚ ਕੋਈ ਦੋ ਰਾਇਆਂ ਨਹੀਂ ਹੈਗੀਆਂ ਕਿ ਇਸ ਮਸਲੇ ਦੇ ਉੱਤੇ ਇਹਨਾਂ ਨੂੰ ਮੂੰਹ ਦਿਖਾਣੀ ਪਵੇਗੀ ਗਵਰਨਰ ਸਾਹਿਬ ਕੋਲ ਲੈ ਕੇ ਜਾਣ। ਇਹਦਾ ਮਤਲਬ ਇਹ ਹੈ ਪੀਰ ਮੁਹੰਮਦ ਜੀ ਕਿ ਤੁਹਾਨੂੰ ਕੇਂਦਰ ਤੋਂ ਵੀ ਕਿਸੇ ਰਾਹਤ ਦੀ ਉਮੀਦ ਨਹੀਂ? ਇਹਦਾ ਮਤਲਬ ਇਹ ਸਮਝਿਆ ਜਾਵੇ? ਦੇਖੋ ਪਤਾ ਗੱਲ ਕੀ ਹੈ, ਸੰਵਿਧਾਨ ਤੋਂ ਬਾਹਰ ਕੋਈ ਵੀ ਨਹੀਂ ਜਾ ਸਕਦਾ। ਜੇ ਸੰਵਿਧਾਨ ਤੋਂ ਬਾਹਰ ਜਾਣਾ ਤੇ ਜੋ ਮਰਜ਼ੀ ਕਰੀ ਜਾਣ। ਜੇ ਸਰਕਾਰਾਂ ਜਿਹੜੀਆਂ ਨੇ ਸੰਵਿਧਾਨ ਦੇ ਅਨੁਸਾਰ ਬਣਦੀਆਂ, ਜੇ ਸੰਵਿਧਾਨ ਦੇ ਉਲਟੋ ਹੀ ਕੰਮ ਕਰਨਗੀਆਂ, ਫਿਰ ਇਹਨਾਂ ਦੀ ਮਰਜ਼ੀ ਜੋ ਮਰਜ਼ੀ ਕਰ ਲੈਣ, ਫਿਰ ਇਹ ਡਿਕਟੇਟਰਸ਼ਿਪ ਹੈ। ਡਿਕਟੇਟਰਸ਼ਿਪ ਦੇ ਵਿੱਚ ਜੋ ਮਰਜ਼ੀ ਇਹਨਾਂ ਨੂੰ ਚੰਗਾ ਲੱਗਦਾ ਕਰੀ ਜਾਣ। ਤੁਸੀਂ ਇਹ ਦੇਖੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ ਹੋਇਆ, ਉਸ ਦੇ ਵਿੱਚ ਇੱਕ ਮਤ ਹੋ ਕੇ ਸਮੁੱਚੇ ਮੈਂਬਰ ਸਾਹਿਬਾਨਾਂ ਨੇ ਜਿਹੜਾ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਗਿਆ ਮਤਾ, ਉਸ ਨੂੰ ਬਿਲਕੁਲ ਬੁੱਢੋ ਰੱਦ ਕਰ ਦਿੱਤਾ। ਜਿਹੜੀ ਹੁਣ ਤੁਸੀਂ ਗੱਲ ਕਰ ਰਹੇ ਹੋ ਕੋਈ ਗਵਰਨਰ ਸਾਹਿਬ ਕੋਲ, ਉਹ ਤਾਂ ਇਹਨਾਂ ਦੀ ਹੱਠ ਧਰਮੀ ਹੈ, ਇਹ ਜਿੱਥੇ ਮਰਜ਼ੀ ਲੈ ਕੇ ਜਾਣ। ਲੇਕਿਨ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਸਲੇ ਤੇ ਇਕਜੁੱਟ ਹੈ ਔਰ ਪੰਥ ਸਾਰਾ ਇਕਜੁੱਟ ਹੈ, ਕਿਉਂਕਿ ਕਿਸੇ ਵੀ ਇੱਕ ਸਿੱਖ ਜਥੇਬੰਦੀ ਦਾ ਤੁਸੀਂ ਕੋਈ ਪ੍ਰਤੀਕਰਮ ਦਿਖਾ ਦਿਓ ਜਿਸ ਦੇ ਵਿੱਚ ਇਹਨਾਂ ਨੂੰ ਸਪੋਰਟ ਮਿਲੀ ਹੋਵੇ, ਕਿਉਂਕਿ ਗੁਰਬਾਣੀ ਦਾ ਪ੍ਰਸਾਰਣ ਤਾਂ ਇੱਕ ਬਹਾਨਾ ਹੈ, ਕਿਉਂਕਿ ਇਹਨਾਂ ਦੇ ਕੋਲ ਕੋਈ ਮੁੱਦਾ ਹੀ ਨਹੀਂ ਹੈਗਾ। ਇਹਨਾਂ ਦਾ ਰੋਜ਼ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੋ ਮੀਡੀਆ ਦੇ ਵਿੱਚ ਆ ਰਿਹਾ, ਜੋ ਇਹਨਾਂ ਦੇ ਵਿਧਾਇਕ ਕਰ ਰਹੇ ਨੇ, ਜੋ ਇਹਨਾਂ ਦਾ ਤੰਤਰ ਕਰ ਰਿਹਾ, ਜੋ ਸਿਸਟਮ ਦੇ ਵਿੱਚ ਇਹਨਾਂ ਦਾ ਫੇਲੀਅਰ ਆ ਰਿਹਾ, ਕੋਈ ਇਹਨਾਂ ਕੋਲ ਪ੍ਰੋਜੈਕਟ ਨਹੀਂ। ਬੇਰੁਜ਼ਗਾਰ ਨੌਜਵਾਨਾਂ ਲਈ ਕੋਈ ਸੁਨਹਿਰੀ ਭਵਿੱਖ ਦੀਆਂ ਜਿਹੜੀਆਂ ਗੱਲਾਂ ਕਰਦੇ ਸੀ ਉਹ ਕਿਤੇ ਨਜ਼ਰ ਨਹੀਂ ਆ ਰਿਹਾ। ਨੌਕਰੀਆਂ ਦੇ ਵਿੱਚ ਇੱਕ ਕਟੌਤੀ ਕਰ ਰਹੇ ਨੇ, ਹਰ ਜਗ੍ਹਾ ਦੇ ਉੱਤੇ ਫੇਲੀਅਰ ਆ ਗਿਆ। ਤੇ ਹੁਣ ਇਹਨਾਂ ਨੇ ਧਿਆਨ ਦੇ ਦਿੱਤਾ ਕਿ ਕਿਸੇ ਤਰੀਕੇ ਦੇ ਨਾਲ ਆ ਜਿਹੜਾ ਲੋਕ ਸਭਾ ਦੇ ਇਲੈਕਸ਼ਨ ਤੱਕ ਕੋਈ ਨਾ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰ ਕੇ ਆਪਣਾ ਟਾਈਮ ਲਗਾਈਏ। ਬੀਜੇਪੀ ਸੋਢੀ ਸਾਹਿਬ ਸਿੱਧਾ ਪੀਰ ਮੁਹੰਮਦ ਜੀ ਕਹਿ ਰਹੇ ਨੇ ਕਿ ਬੀਜੇਪੀ ਤੇ ਆਮ ਆਦਮੀ ਪਾਰਟੀ ਰਲੀ ਹੋਈ ਹੈ, ਸਾਨੂੰ ਕਿਤੋਂ ਰਾਹਤ ਦੀ ਕੋਈ ਉਮੀਦ ਨਜ਼ਰ ਨਹੀਂ ਆਉਂਦੀ। ਜੇ ਕਾਨੂੰਨ ਮੁਤਾਬਕ ਚੱਲਣਗੇ ਫਿਰ ਠੀਕ ਹੈ। ਬਰਾੜ ਸਾਹਿਬ ਜੀ, ਇਹ ਜਿਹੜੀ ਡਿਬੇਟ ਹੈ ਆਪਣੀ, ਇਹ ਪਿਛਲੇ ਕਈ ਦਿਨਾਂ ਤੋਂ ਹਰ ਚੈਨਲ ਦੇ ਉੱਪਰ ਚੱਲ ਰਹੀ ਹੈ ਜੀ। ਲੇਕਿਨ ਜਿੰਨੇ ਵੀ ਬੀਜੇਪੀ ਦੇ ਬੁਲਾਰੇ ਆਏ ਨੇ, ਔਰ ਖਾਸ ਤੌਰ ਤੇ 7-8 ਡਿਬੇਟਾਂ ਤਾਂ ਮੈਂ ਹੀ ਕਰ ਚੁੱਕਿਆ ਇਹ। ਠੀਕ ਹੈ। ਮੈਨੂੰ ਸਮਝ ਨਹੀਂ ਆਉਂਦੀ ਪੀਰ ਮੁਹੰਮਦ ਸਾਹਿਬ ਜੀ ਨੇ ਕਿਸ ਤਰ੍ਹਾਂ ਦੇ ਦੋਸ਼ ਲਾਏ ਨੇ। ਮੈਂ ਤਾਂ ਇਹ ਗੱਲ ਅਸੀਂ ਪਹਿਲਾਂ ਬੀਜੇਪੀ ਵੱਲੋਂ ਕਹੀ ਕਿ ਭਾਰਤੀ ਜਨਤਾ ਪਾਰਟੀ ਨਹੀਂ, ਸਾਰੇ ਜਿਹੜੇ ਲੋਕ ਹੈ ਉਹ ਇਹ ਚਾਹੁੰਦੇ ਨੇ ਕਿ ਜਿਹੜਾ ਗੁਰਬਾਣੀ ਦਾ ਪ੍ਰਸਾਰਣ ਹੈ ਉਹ ਕੋਈ ਮੁਫਤ ਹੋਣਾ ਚਾਹੀਦਾ, ਉਹਦੇ ਉੱਤੇ ਕੋਈ ਰੁਪਏ ਨਹੀਂ ਲੱਗਣੇ ਚਾਹੀਦੇ। ਅਸੀਂ ਸਾਰੇ ਇਸ ਗੱਲ ਦੇ ਹੱਕ 'ਚ ਬੋਲੇ ਆ। ਠੀਕ ਹੈ। ਲੇਕਿਨ ਅਸੀਂ ਨਾਲ ਇਹ ਵੀ ਗੱਲ ਕਹਿੰਦੇ ਰਹੇ ਆ ਕਿ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਜਾਂ ਪੰਜਾਬ ਦੀ ਸਰਕਾਰ ਨੇ ਜਿਸ ਤਰ੍ਹਾਂ ਦਾ ਮਤਾ ਪਾਸ ਕੀਤਾ ਹੈ, ਉਹਦਾ ਤਰੀਕਾ ਗਲਤ ਹੈ। ਅਸੀਂ ਹਮੇਸ਼ਾ ਇਸ ਗੱਲ ਦੇ ਉੱਤੇ ਜਿਹੜੀ ਹੈਗੀ ਆ ਵਕਾਲਤ ਕੀਤੀ ਹੈ ਕਿ ਤਰੀਕਾ ਗਲਤ ਹੈ। ਅਸੀਂ ਇਹ ਗੱਲ ਕਹਿੰਦੇ ਆ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਨੂੰ ਧਾਰਮਿਕ ਮਾਮਲਿਆਂ 'ਚ ਦਖਲ ਨਹੀਂ ਦੇਣਾ ਚਾਹੀਦਾ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਿਮਤੀ ਬਿਨਾਂ ਜੋ ਐਕਟ ਬਣਿਆ ਉਹਦੇ ਵਿੱਚ ਕੋਈ ਬਦਲਾਅ ਨਹੀਂ ਹੋ ਸਕਦਾ ਜਾਂ ਉਹਦੇ ਵਿੱਚ ਕੋਈ ਨਵੀਂ ਚੀਜ਼ ਐਡ ਨਹੀਂ ਹੋ ਸਕਦੀ। ਠੀਕ ਹੈ। ਇਸ ਕਰਕੇ ਅਸੀਂ ਤਾਂ ਇਹ ਵੀ ਕਹਿੰਦੇ ਆ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਟੈਂਡਰ ਲਾ ਦਿੱਤੇ ਨੇ ਜਾਂ ਟੈਂਡਰ ਪ੍ਰਕਿਰਿਆ ਕਰ ਰਹੇ ਨੇ, ਤੇ ਉਹਦੇ ਵਿੱਚ ਵੀ ਜੇ ਕੋਈ ਬੰਦਾ ਜਿਹੜਾ ਹੈਗਾ ਉਹ ਆਪਣੀ ਮਰਜ਼ੀ ਨਾਲ ਕੋਈ ਵੀ ਚੈਨਲ ਹੈ ਉਹ ਜਿਹੜਾ ਹੈਗਾ ਅੱਗੇ ਜਿਹਦਾ ਸਭ ਤੋਂ ਜਿਹੜਾ ਕੋਈ ਜਿਸ ਤਰ੍ਹਾਂ ਦਾ ਕੋਈ ਉਹਦੀ ਬਿਡ ਹੋਊਗੀ ਉਹ ਆਪਣਾ ਕਵਰ ਕਰੂਗਾ ਔਰ ਉਹ ਲੈ ਲੂਗਾ। ਲੇਕਿਨ ਅਸੀਂ ਕਦੇ ਇਹ ਗੱਲ ਨਹੀਂ ਕਹੀ ਕਿ ਪੰਜਾਬ ਸਰਕਾਰ ਨੂੰ ਇਹਨਾਂ ਮਾਮਲਿਆਂ 'ਚ ਦਖਲ ਦੇਣਾ ਚਾਹੀਦਾ ਹੈ। ਲੇਕਿਨ ਅਸੀਂ ਤਾਂ ਅੱਜ ਵੀ ਕਹਿੰਦੇ ਆ ਕਿ ਗੁਰਬਾਣੀ ਦਾ ਜਿਹੜਾ ਪ੍ਰਸਾਰਣ ਹੈ ਉਹ ਬਿਲਕੁਲ ਮੁਫਤ ਹੋਣਾ ਚਾਹੀਦਾ ਹੈ। ਸੋ ਇਸ ਕਰਕੇ ਮੇਰਾ ਕਹਿਣਾ ਇਹ ਹੈ ਕਿ ਜਿਹੜਾ ਕੋਈ ਇਹ ਐਕਟ ਹੈ ਜਿਹਨੂੰ ਲੋਕ ਸਭਾ ਜਾਂ ਪਾਰਲੀਮੈਂਟ ਦੇ ਵਿੱਚ ਅਸੀਂ ਜਿਹੜਾ ਹੈਗਾ ਉਹਨੇ ਪਾਸ ਕੀਤਾ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸਹਿਮਤੀ ਬਿਨਾਂ ਨਹੀਂ ਹੋ ਸਕਦਾ, ਉਹ ਪੰਜਾਬ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਸੀ। ਕਿਉਂਕਿ ਮੈਂ ਇੱਥੇ ਇੱਕ ਗੱਲ ਹੋਰ ਐਡ ਕਰਨੀ ਚਾਹੂੰਗਾ ਵਿਜੇਪਾਲ ਜੀ, ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਔਰ ਮੈਂ ਕਹੂੰਗਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦਾ
ਪੰਜਾਬ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਹੈ ਸੰਵਿਧਾਨਕ ਪੋਸਟ ਤੇ ਹੈ, ਪੰਜਾਬ ਦੇ 3 ਕਰੋੜ ਲੋਕਾਂ ਦੇ ਮੁੱਖ ਮੰਤਰੀ ਹੈ, ਔਰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਸਿੱਖਾਂ ਦੀ ਇੱਕ ਬੜੀ ਸਰਮੌਰ ਸੰਸਥਾ ਹੈ ਜਿਹੜੀ ਉਹ ਨੁਮਾਇੰਦਗੀ ਕਰਦੀ ਹੈ। ਇਹਨਾਂ ਦੋਵਾਂ ਜਿਹੜੀਆਂ ਸੰਸਥਾਵਾਂ ਦਾ ਟਕਰਾਓ ਹੈ ਜਾਂ ਬਿਆਨਬਾਜ਼ੀ ਹੈ ਜਾਂ ਇੱਕ ਦੂਜੇ ਦੀ ਦੂਸ਼ਣਬਾਜ਼ੀ ਹੈ, ਮੈਂ ਕਹਿਣਾ ਉਹ ਪੰਜਾਬ ਦੇ ਹਿੱਤ ਵਿੱਚ ਨਹੀਂ ਹੈ। ਪੰਜਾਬ ਨੇ ਅੱਗੇ ਵੀ ਬਹੁਤ ਪਰ ਸੋਢੀ ਸਾਹਿਬ ਇਹੀ ਐਕਟ ਤੁਹਾਡੀ ਹੀ ਪਾਰਟੀ ਦੀ ਸਰਕਾਰ ਹੈ ਗੁਆਂਢੀ ਸੂਬੇ ਹਰਿਆਣਾ ਦੇ ਵਿੱਚ ਉਹਨਾਂ ਨੇ ਪਾਸ ਕੀਤਾ ਹੈ। ਹਾਂ, ਇਹ ਜਿਹੜੀ ਤੁਸੀਂ ਹਰਿਆਣਾ ਦੀ ਗੱਲ ਕਰ ਰਹੇ ਹੋ, 2014 ਦੇ ਵਿੱਚ ਜਦੋਂ ਹੁੱਡਾ ਸਾਹਿਬ ਦੀ ਸਰਕਾਰ ਸੀ, ਹੁੱਡਾ ਸਾਹਿਬ ਦੀ ਸਰਕਾਰ ਇਹ ਜਿਹੜਾ ਸੀਗਾ ਐਕਟ ਉਹ ਇੱਕ ਚੋਣ ਦੇ ਉੱਪਰ ਲੈ ਕੇ ਆਈ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦਾ ਮਾਮਲਾ ਤੇ ਇਹ ਮਾਮਲਾ ਬੜਾ ਅਲੱਗ ਹੈ, ਲੇਕਿਨ ਉਹ ਕੋਰਟ ਦੇ ਵਿੱਚ ਚਲਿਆ ਗਿਆ, ਸੁਪਰੀਮ ਕੋਰਟ ਨੇ ਉਹਨੂੰ ਜਿਹੜੀ ਮਾਨਤਾ ਦਿੱਤੀ, ਉਹਦੇ ਸਾਡੀ ਸਰਕਾਰ ਨਹੀਂ ਉਹ ਐਕਟ ਲੈ ਕੇ ਆਈ ਸੀ ਜਾਂ ਸਾਡੀ ਸਰਕਾਰ ਦਾ ਉਹਦੇ ਵਿੱਚ ਸੀ, ਉਹ ਹੁੱਡਾ ਸਾਹਿਬ ਵੇਲੇ ਹੋਇਆ ਸੀ। ਸੋ ਅੱਜ ਮੈਂ ਇਹੀ ਗੱਲ ਕਹਿਣਾ ਹੈ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਜਿਹੜੀ ਸਿੱਖਾਂ ਦੀ ਸਰਮੌਰ ਸੰਸਥਾ ਹੈ ਜਿਹਨੂੰ ਗੁਰਬਾਣੀ ਪ੍ਰਸਾਰ ਕਰਨ ਦਾ ਹੱਕ ਹੈ, ਉਹਦੇ ਨਾਲ ਜੇ ਬੈਠ ਕੇ ਪੰਜਾਬ ਸਰਕਾਰ ਕਿਸੇ ਤਰ੍ਹਾਂ ਦੀ ਗੱਲ ਕਰਕੇ ਇਹ ਗੱਲ ਕਰ ਲੈਂਦੀ ਤੇ ਮੈਂ ਕਹਿਣਾ ਇਹ ਮਾਮਲਾ ਏਡਾ ਨਹੀਂ ਵਧਣਾ ਸੀ। ਲੇਕਿਨ ਇਸ ਕਰਕੇ ਮੇਰਾ ਕਹਿਣਾ ਇਹ ਹੈ ਕਿ ਪੰਜਾਬ ਸਰਕਾਰ ਨੂੰ ਧਾਰਮਿਕ ਮਾਮਲਿਆਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ, ਸਗੋਂ ਉਹਨੂੰ ਵਿਕਾਸ ਦੀ ਗੱਲ ਕਰਨੀ ਚਾਹੀਦੀ ਹੈ, ਤਰੱਕੀ ਦੀ ਗੱਲ ਕਰਨੀ ਚਾਹੀਦੀ ਹੈ। ਜੋ ਅੱਜ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਇਹ ਸਿਰਫ ਉਹਨਾਂ ਧਿਆਨਾਂ ਤੋਂ ਹਟਾਉਣ ਦੇ ਮਾਰੇ ਇਹੋ ਜਿਹੀਆਂ ਗੱਲਾਂ ਕਰ ਰਹੇ ਨੇ। ਖੜਿਆਲ ਸਾਹਿਬ, ਤੁਸੀਂ ਸਾਰੇ ਪ੍ਰਤੀਕਰਮ ਸੁਣੇ ਹੈ। ਐਸਜੀਪੀਸੀ ਨੇ ਪਿਛਲੇ ਦਿਨੀ ਇਜਲਾਸ ਬੁਲਾਇਆ, ਜੋ ਕੁਝ ਹੋਇਆ ਇਸ ਨੂੰ ਰੱਦ ਕੀਤਾ, ਇਸ ਅਮੈਂਡਮੈਂਟ ਨੂੰ ਸਿੱਧਾ ਚੇਤਾਵਨੀ ਤੱਕ ਦੇ ਦਿੱਤੀ ਕਿ ਵਾਪਸ ਲਿਆ ਜਾਵੇ, ਸਿੱਖਾਂ ਦੇ ਮਾਮਲਿਆਂ 'ਚ ਦਖਲ ਹੈ, ਪਰ ਉਸ ਸਭ ਦੇ ਬਾਵਜੂਦ ਬਿੱਲ ਗਵਰਨਰ ਸਾਹਿਬ ਕੋਲ ਪਹੁੰਚ ਗਿਆ। ਬਰਾੜ ਸਾਹਿਬ ਜੀ, ਅੱਜ ਆਮ ਆਦਮੀ ਪਾਰਟੀ ਨੂੰ ਮੈਂ ਪੱਕਾ ਕਹਿ ਸਕਦਾ ਕਿ ਇੱਕ ਸਬਕ ਤਾਂ ਮਿਲ ਗਿਆ ਹੋਊਗਾ। ਇਹ ਯਾਦ ਹੈ ਗਵਰਨਰ ਸਾਹਿਬ ਲਈ ਸ਼ਬਦ ਕੀ ਵਰਤਦੇ ਸੀਗੇ, ਉਹ ਸਿਲੈਕਟਡ ਹੈ, ਅਸੀਂ ਇਲੈਕਟਡ ਹੈ। ਬੀਜੇਪੀ ਨੇ ਹਰੇਕ ਸੂਬੇ ਦੇ ਵਿੱਚ ਬੰਦਾ ਬਿਠਾ ਰੱਖਿਆ ਹੈ, ਜੋ ਸ਼ਬਦਾਂ ਦਾ ਪ੍ਰਯੋਗ ਹੋਇਆ ਉਹ ਕਹੂਗਾ ਨਹੀਂ, ਤੂੰ ਤੜਾਕ ਨਾ ਗੱਲ ਕਰਨੀ, ਲਵ ਲੈਟਰ ਆਉਂਦੇ ਉਧਰੋਂ, ਜੇ ਸਾਨੂੰ ਤੰਗ ਨਾ ਕਰੇ ਤਾਂ ਸੈਂਟਰ ਤੋਂ ਫੋਨ ਆ ਜਾਂਦਾ ਹੈ। ਅੱਜ ਲੋੜ ਪੈ ਗਈ ਨਾ ਉਹ ਗਵਰਨਰ ਸਾਹਿਬ ਦੇ ਸਾਈਨ ਦੀ। ਅੱਜ ਆਮ ਆਦਮੀ ਪਾਰਟੀ ਨੂੰ ਲੱਗ ਗਿਆ ਨਾ ਪਤਾ ਵੀ ਕਨਸਟੀਟਿਊਸ਼ਨਲ ਪੋਸਟ ਦੀ ਰਿਸਪੈਕਟ ਕਰਨੀ ਹੁੰਦੀ ਹੈ। ਦੂਜੀ ਗੱਲ ਵਿਜੇ ਜੀ, ਆਪਾਂ ਦੇਖ ਲਈਏ ਕਿ ਭਾਰਤੀ ਜਨਤਾ ਪਾਰਟੀ ਕੀ ਕਹਿ ਰਹੀ ਹੈ ਤੇ ਕਾਨੂੰਨ ਕੀ ਕਹਿੰਦਾ ਹੈ। ਪਹਿਲਾਂ ਤਾਂ ਇੰਟਰ ਸਟੇਟ ਐਕਟ ਹੈਗਾ ਸਿੱਖ ਗੁਰਦੁਆਰਾ ਐਕਟ 1925, ਇਹ 'ਚ ਕੋਈ ਦੋਰਾ ਨਹੀਂ ਹੋਣੀ ਚਾਹੀਦੀ। ਇੱਕ ਇੰਟਰ ਸਟੇਟ ਐਕਟ ਦੇ ਵਿੱਚ ਸੋਧ ਜੇ ਕੋਈ ਕਰ ਸਕਦਾ ਤਾਂ ਉਹ ਪਾਰਲੀਮੈਂਟ ਹੈ, ਵਿਧਾਨ ਸਭਾ ਸੋਧ ਨਹੀਂ ਕਰ ਸਕਦੀ, ਅਮੈਂਡਮੈਂਟ ਕਰ ਹੀ ਨਹੀਂ ਸਕਦੀ ਹੈ, ਅਥਾਰਟੀ ਨਹੀਂ ਹੈ। ਉਹਦੇ ਬਾਵਜੂਦ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ। ਦੂਜੀ ਗੱਲ ਕੀ ਹੈ ਕਿ ਮਾਸਟਰ ਤਾਰਾ ਸਿੰਘ ਜੀ ਦੇ ਵਿੱਚ ਤੇ ਦੈਨ ਪ੍ਰਾਈਮ ਮਿਨਿਸਟਰ ਨਹਿਰੂ ਜੀ ਦੇ ਵਿੱਚ ਇੱਕ ਅਗਰੀਮੈਂਟ ਹੋਇਆ ਸੀਗਾ ਕਿ ਕੋਈ ਵੀ ਸੋਧ ਕਰਨੀ ਹੈ, ਅਮੈਂਡਮੈਂਟ ਕਰਨੀ ਹੈ, ਪ੍ਰਾਇਰ ਅਪਰੂਵਲ ਲੈਣੀ ਪਊਗੀ ਐਸਜੀਪੀਸੀ ਦੀ ਜਨਰਲ ਬਾਡੀ ਦੀ। ਨਾ ਪ੍ਰਾਇਰ ਅਪਰੂਵਲ ਲਈ ਗਈ, ਨਾ ਅਗਰੀਮੈਂਟ ਨੂੰ ਆਨਰ ਕੀਤਾ ਗਿਆ। ਇਹਨਾਂ ਨੇ ਕਾਨੂੰਨ ਵਾਇਲੇਟ ਕਰਤਾ, ਅਗਰੀਮੈਂਟ ਵਾਇਲੇਟ ਕਰਤਾ, ਸੰਵਿਧਾਨ ਨੂੰ ਅੰਡਰਮਾਈਨ ਕਰਤਾ। ਅਗਲਾ ਕੀ ਹੈ, ਜ਼ਿਆਦਾ ਤੋਂ ਜ਼ਿਆਦਾ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਕਰ ਸਕਦੀ ਸੀਗੀ, ਰეკਮੈਂਡੇਸ਼ਨਸ ਭੇਜ ਸਕਦੀ ਸੀ ਪਾਰਲੀਮੈਂਟ ਦੇ ਵਿੱਚ ਵੀ ਆਹ ਸਾਡੀਆਂ ਰეკਮੈਂਡੇਸ਼ਨਸ ਹੈ, ਆਹ ਅਸੀਂ ਚਾਹੁੰਦੇ ਹੈ, ਉਹ ਵੀ ਅਪਰੂਵਲ ਲੈਣ ਤੋਂ ਬਾਅਦ ਐਸਜੀਪੀਸੀ ਦੀ ਫੇਰ ਭੇਜ ਸਕਦੀ ਸੀਗੀ ਤੇ ਫੇਰ ਪਾਰਲੀਮੈਂਟ। ਪਰ ਖੜਿਆਲ ਸਾਹਿਬ, ਤੁਸੀਂ ਤੇ ਟੈਕਨੀਕਲੀ ਜਾਣਦੇ ਹੋ, ਜਦੋਂ ਹਰਿਆਣਾ ਦਾ ਬਿੱਲ ਬਣਿਆ ਅਪਰੂਵਲ ਤੇ ਉਦੋਂ ਵੀ ਨਹੀਂ ਲਈ ਗਈ ਐਸਜੀਪੀਸੀ ਤੋਂ। ਗਲਤ। ਹੁਣ ਫਰਕ ਹੈ ਹਰਿਆਣਾ ਦੇ ਜਿਹੜਾ ਐਕਟ ਹੈ, ਇੱਕ ਤਾਂ ਉਹ ਐਕਟ ਤੇ ਪੰਜਾਬ ਦੇ ਐਕਟ 'ਚ ਫਰਕ ਹੈ। ਅਗਰੀਮੈਂਟ ਜਿਹੜਾ ਹੈਗਾ ਨਹਿਰੂ ਸਾਹਿਬ ਦੇ ਵਿੱਚ ਤੇ ਮਾਸਟਰ ਤਾਰਾ ਸਿੰਘ ਜੀ ਦੇ ਵਿੱਚ, ਉਹ ਪੰਜਾਬ ਦੇ ਐਕਟ ਦੇ ਮੁਤਲਕ ਹੈ। ਦੂਜੀ ਗੱਲ, ਸੁਪਰੀਮ ਕੋਰਟ ਦੀ ਜਿਹੜੀ ਜਜਮੈਂਟ ਹੈ ਉਹ ਹਰਿਆਣਾ ਦੇ ਮੁਤਲਕ ਹੈ, ਪੰਜਾਬ ਦੇ ਮੁਤਲਕ ਨਹੀਂ ਹੈ। ਉਹਦੇ ਵਿੱਚ ਕੁਝ ਵੀ ਲਿਖਿਆ ਹੋਇਆ। ਤੇ ਅਗਲਾ ਤੁਸੀਂ ਦੇਖੋ ਵਿਜੇ ਜੀ ਕਿ ਆਮ ਆਦਮੀ ਪਾਰਟੀ ਦਾ ਜਿਹੜੇ ਦੋਸ਼ ਬੀਜੇਪੀ ਤੇ ਲਾਉਂਦੀ ਸੀਗੀ, ਕਹਿੰਦੀ ਸੀਗੀ ਨਾ ਵੀ ਬੀਜੇਪੀ ਕੋਲੇ ਹੱਕ ਨਹੀਂ, ਦਿੱਲੀ ਆਰਡੀਨੈਂਸ ਲੈ ਆਏ, ਉਵੇਂ ਤੁਹਾਡੇ ਕੋਲੇ ਹੱਕ ਨਹੀਂ ਸੋਧ ਕਰਨ ਦਾ। ਉਹਨਾਂ ਦੇ ਨਕਸ਼ੇ ਕਦਮ ਤੇ ਨਾ ਚੱਲੋ ਤੇ ਲਾਅ ਨੂੰ ਵਾਇਲੇਟ ਨਾ ਕਰੋ, ਕਿਉਂਕਿ ਅੰਬੇਦਕਰ ਸਾਹਿਬ ਦੀ ਫੋਟੋ ਤਾਂ ਲਾ ਲੈਂਦੇ ਹੋ, ਲੇਕਿਨ ਅੰਬੇਦਕਰ ਸਾਹਿਬ ਦੁਆਰਾ ਬਣਾਇਆ ਗਿਆ ਸੰਵਿਧਾਨ ਜਿਹੜਾ ਹੈਗਾ ਉਹਨੂੰ ਪੜ੍ਹੋ ਤੇ ਉਹਨੂੰ ਆਨਰ ਕਰਨਾ ਸ਼ੁਰੂ ਕਰੋ। ਲਾਸਟ ਚੀਜ਼ ਕਹੂੰਗਾ ਵਿਜੇ ਜੀ ਕਿ ਕਿਉਂ ਆਮ ਆਦਮੀ ਪਾਰਟੀ ਇਹ ਵਾਰ-ਵਾਰ ਕਰਨ ਦੀ ਕੋਸ਼ਿਸ਼ ਕਰਦੀ ਹੈ, ਡਾਇਵਰਜੈਂਟ ਟੈਕਟਿਕਸ ਹੈ, ਮੇਨ ਫੇਲਿਅਰਸ ਤੋਂ, ਆਪਦੇ ਬਲੰਡਰਸ ਤੋਂ, ਜਿਹੜੀਆਂ ਵੱਡੀਆਂ ਗਲਤੀਆਂ ਕੀਤੀਆਂ ਪਹਾੜਾਂ ਜਿਹੜੀਆਂ, ਉਹਨਾਂ ਤੋਂ ਧਿਆਨ ਹਟਾਉਣ ਲਈ ਕਰ ਰਹੇ ਹੈ। ਤੇ ਅੱਜ ਇੱਕ ਗੱਲ ਸਪਸ਼ਟ ਹੋ ਗਈ ਵਿਜੇ ਜੀ ਕਿ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਹੈ। ਮੋਦੀ ਸਾਹਿਬ ਨੇ ਯੂਸੀਸੀ ਦੀ ਗੱਲ ਕੀਤੀ, ਆਮ ਆਦਮੀ ਪਾਰਟੀ ਨੇ ਵੀ ਯੂਸੀਸੀ ਨੂੰ ਸਮਰਥਨ ਦਿੱਤਾ। ਸੋ ਅੱਜ ਐਕਸਪੋਜ਼ ਹੋ ਗਈ ਆਮ ਆਦਮੀ ਪਾਰਟੀ। ਉਹ ਤੇ ਤੁਹਾਡੇ ਕੋਲ ਸਮਰਥਨ ਮੰਗ ਰਹੇ ਆ, ਚਲੋ ਉਹਦੇ ਨਾਲ ਇਸ਼ੂ ਡਾਈਵਰਟ ਹੋ ਜਾਏਗਾ, ਮੈਂ ਉਧਰ ਜਾਣਾ ਨਹੀਂ ਚਾਹੁੰਦਾ। ਆਲੂਵਾਲੀਆ ਸਾਹਿਬ, 2-3 ਚੀਜ਼ਾਂ ਨੇ
ਇੱਕ ਤੇ ਗਵਰਨਰ ਵਾਲਾ ਜਿਹੜਾ ਮੇਰਾ ਡਿਬੇਟ ਦਾ ਸੈਕੰਡ ਪੁਆਇੰਟ ਸੀ ਕਿ ਬਿੱਲਾਂ ਤੇ ਹੁਣ ਗਵਰਨਰ ਮੋਹਰ ਲਾਉਣਗੇ ਕਿ ਨਹੀਂ, ਇਹ ਸਵਾਲ ਤੇ ਹੈ, ਹਰ ਕੋਈ ਪੁੱਛਦਾ ਹੈ। ਜਿਸ ਨੂੰ ਕਹੋ ਕਿ ਬਿੱਲ ਗਵਰਨਰ ਸਾਹਿਬ ਕੋਲ ਚਲੇ ਗਏ ਆ ਤਾਂ ਪਹਿਲਾ ਸਵਾਲ ਇਹੀ ਹੁੰਦਾ ਹੈ ਅੱਗੇ ਕਿ ਕੀ ਗਵਰਨਰ ਸਾਹਿਬ ਇਸ ਨੂੰ ਮਨਜ਼ੂਰੀ ਦੇਣਗੇ, ਔਰ ਉਸ ਦੀ ਵਜ੍ਹਾ ਕਿਤੇ ਨਾ ਕਿਤੇ ਜਾ ਕੇ ਬਣ ਜਾਂਦੀ ਹੈ ਜੋ ਪਿਛਲੇ ਦਿਨਾਂ ਦੇ ਵਿੱਚ ਗਵਰਨਰ ਔਰ ਪੰਜਾਬ ਸਰਕਾਰ ਦੇ ਵਿੱਚ ਇੱਕ ਤਰੀਕੇ ਦੀ ਜੋ ਟਸਲ ਚੱਲਦੀ ਰਹੀ ਹੈ। ਹੁਣ ਗੱਲ ਉੱਥੇ ਹੀ ਆ ਕੇ ਜਿਹੜੀ ਖੜਿਆਲ ਸਾਹਿਬ ਕਹਿ ਰਹੇ ਨੇ ਕੁਐਸਚਨ ਮਾਰਕ ਖੜਾ ਹੋ ਗਿਆ। ਦੇਖੋ ਬਰਾੜ ਸਾਹਿਬ, ਸਭ ਤੋਂ ਪਹਿਲੀ ਗੱਲ ਹੈ ਕਿ ਇਹ ਤਿੰਨ ਅਲੱਗ ਪਾਰਟੀਆਂ ਦੇ ਨੁਮਾਇੰਦੇ ਬੈਠੇ ਹੋਏ ਨੇ, ਠੀਕ ਹੈ। ਇਹ ਮੈਨੂੰ ਲੱਗਦਾ ਵੀ ਦੋ ਤਾਂ ਬਿਲਕੁਲ ਰਾਜੀ ਨੇ ਕਿ ਗੁਰਬਾਣੀ ਫ੍ਰੀ ਟੂ ਏਅਰ ਹੋਣੀ ਚਾਹੀਦੀ ਹੈ। ਹੁਣ ਜਿਹੜੀ ਦੋ ਪਾਰਟੀਆਂ ਰਾਜੀ ਨੇ ਗੁਰਬਾਣੀ ਫ੍ਰੀ ਟੂ ਏਅਰ ਹੋਣੀ ਚਾਹੀਦੀ ਹੈ, ਉਹ ਕਹਿੰਦੇ ਜੀ ਇਹਨਾਂ ਦਾ ਤਰੀਕਾ ਗਲਤ ਹੈ। ਸੇਮ ਤਰੀਕਾ ਤੁਸੀਂ ਇਹਨਾਂ ਨੂੰ ਪੁੱਛਿਆ ਪਰ ਇਹਨਾਂ ਨੇ ਜਵਾਬ ਨਹੀਂ ਦਿੱਤਾ। ਸੇਮ ਤਰੀਕਾ ਬੀਜੇਪੀ ਨੇ ਵੀ ਤੇ ਕਾਂਗਰਸ ਨੇ ਵੀ ਹਰਿਆਣੇ 'ਚ ਕੀਤਾ। ਹਰਿਆਣਾ ਤੇ ਬਿਲਕੁਲ ਨਾਲ ਹੀ ਲੱਗਦਾ ਸਾਡੇ। ਹਰਿਆਣੇ ਦੇ ਅੰਦਰ ਜਦ ਅਪਰੂਵ ਰੱਖਿਆ ਗਿਆ ਪਹਿਲੀ ਵਾਰ ਤੇ ਸਰਕਾਰ ਸੀਗੀ ਭੁਪਿੰਦਰ ਸਿੰਘ ਹੁੱਡਾ ਜੀ ਦੀ, ਜਦ ਅਪਰੂਵ ਹੋਇਆ ਸਾਰਾ ਕੁਝ ਕਲੀਅਰ ਹੋਇਆ ਤਦ ਸਰਕਾਰ ਸੀਗੀ ਭਾਰਤੀ ਜਨਤਾ ਪਾਰਟੀ ਦੀ। ਇਹਨਾਂ ਨੇ ਉੱਥੇ ਹਰ ਇੱਕ ਜਗ੍ਹਾ ਦੇ ਉੱਤੇ ਆਪਣੇ ਪ੍ਰਧਾਨ ਐਸਜੀਪੀਸੀ ਮੈਂਬਰਸ ਲਾਤੇ, ਐਸਜੀਪੀਸੀ ਦੀ ਐਗਜ਼ੀਕਿਊਟਿਵ ਟੀਮ ਲਾਤੀ, ਐਸਜੀਪੀਸੀ ਦਾ ਸਾਰਾ ਕਹਿ ਲਓ ਵੀ ਪੂਰਾ ਸਟਰਕਚਰ ਬਣਾਤਾ ਔਰ ਸਾਰਾ ਕੁਝ ਕਰਤਾ। ਉਹ ਵੀ ਤਾਂ ਗਵਰਨਰ ਨੇ ਅਪਰੂਵ ਕੀਤਾ। ਉਹ ਕਿਵੇਂ ਅਪਰੂਵ ਹੋ ਗਿਆ ਜੀ? ਹੁਣ ਇਹ ਕਹਿੰਦੇ ਜੀ ਸੁਪਰੀਮ ਕੋਰਟ ਨੇ ਕਿਹਾ ਨਹੀਂ ਹਰਿਆਣੇ ਲਈ ਨਹੀਂ ਜੀ, ਪੰਜਾਬ ਲਈ ਹੈ, ਪੰਜਾਬ ਲਈ ਹੈ। ਦੇਖੋ ਇਹ ਤਿੰਨੋਂ ਪਾਰਟੀਆਂ ਜਿਹੜੀਆਂ ਨੇ ਇਹ ਅੱਜ ਤੱਕ ਜਨਤਾ ਨੂੰ ਇਹ ਸਮਝਦੀ ਹੈ ਵੀ ਜਨਤਾ ਨੂੰ ਪਤਾ ਹੀ ਕੁਝ ਨਹੀਂ। ਇਹ ਸਮਝਦੀ ਹੈ ਵੀ ਜੋ ਕੁਝ ਅਸੀਂ ਕਰ ਦਿੰਦੇ हैं वो सब कुछ अलाउड है, हम करें तो रास लीला, दूसरा करे करैक्टर ढीला। ये ਅੱਜ तक ਇਹ ਕਰਦੇ ਰਹੇ ਨੇ। ਅੱਜ ਇਹ ਸਾਡੇ ਤੇ ਸਵਾਲ ਉਠਾ ਰਹੇ ਨੇ। ਅਕਾਲੀ ਦਲ ਦੀ ਤਾਂ ਮਜਬੂਰੀ ਸਮਝ ਆਉਂਦੀ ਹੈ ਕਿ ਪੀਟੀਸੀ ਨਾਲ ਉਹਨਾਂ ਨੂੰ ਪਿਆਰ ਹੈ। ਉਹ ਚਾਹੁੰਦੇ ਆ ਕਿ ਸਾਰੇ ਰਾਈਟਸ ਜਿਹੜੇ ਪੀਟੀਸੀ ਨੂੰ ਦਿੰਦੇ ਰਹੀਏ। ਗੁਰਬਾਣੀ ਨੂੰ ਦੇਖੋ ਕਿਸ ਹਿਸਾਬ ਨਾਲ ਇਹਨਾਂ ਨੇ ਕੈਦ ਕਰਿਆ ਹੋਇਆ। ਇੰਟੈਲੈਕਚੁਅਲ ਰਾਈਟ ਪੀਟੀਸੀ ਕਿਸੇ ਜਗ੍ਹਾ ਤੇ ਚਲਾ ਨਹੀਂ ਸਕਦੇ, ਕਾਪੀ ਕਰਕੇ ਪੇਸ਼ ਨਹੀਂ ਕਰ ਸਕਦੇ। ਜਦ ਇੰਟਰਨੈਸ਼ਨਲ ਨੈਸ਼ਨਲ ਤੇ ਉੱਤੇ ਰੌਲਾ ਪਿਆ ਹੋਇਆ ਹੈ। ਇਹ ਅੱਜ ਇਹ ਮੰਨਣ ਨੂੰ ਤਿਆਰ ਨਹੀਂ, ਪਰ ਕਰਨਾ ਕੀ ਪਊਗਾ ਇਹਨਾਂ ਨੂੰ? ਇਹਨਾਂ ਕੋਲ ਹੋਰ ਕੋਈ ਰਸਤਾ ਨਹੀਂ। ਗਵਰਨਰ ਹਰਿਆਣੇ ਦੇ ਅਪਰੂਵ ਕੀਤੀ, ਪੰਜਾਬ ਦਾ ਗਵਰਨਰ ਕਿਵੇਂ ਰੋਕ ਲੇਗਾ ਜੀ? ਇਹ ਕਹਿੰਦੇ ਪੰਜਾਬ ਦਾ ਗਵਰਨਰ ਨਹੀਂ ਬਣੇ। ਪੀਰ ਮੁਹੰਮਦ ਜੀ ਹੋਰ ਅੱਗੇ ਚਲੇ ਗਏ, ਕਹਿੰਦੇ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਹੈਗੀ ਹੈ ਇਸ ਕਰਕੇ। ਜੇ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਹੈ ਤੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿ ਐਸਜੀਪੀਸੀ ਵੱਲੋਂ, ਔਰ ਤੁਸੀਂ ਕਹੀ ਜਾਂਦੇ ਹੋ ਕਿ ਅਸੀਂ ਗਵਰਨਰ ਕੋਲ ਜਾ ਰਹੇ ਹਾਂ, ਅਸੀਂ ਜਾ ਰਹੇ ਹਾਂ ਹੋਮ ਮਿਨਿਸਟਰ ਕੋਲ ਜਾ ਰਹੇ ਹਾਂ, ਅਮਿਤ ਸ਼ਾਹ ਜੀ ਕੋਲ। ਜੇ ਤੁਸੀਂ ਕਹਿੰਦੇ ਸਪੋਰਟ ਹੈ ਫਿਰ ਜਾਂਦੇ ਕਿੱਥੇ ਫਿਰਦੇ ਹੋ? ਫਿਰ ਤਾਂ ਕੋਰਟ ਜਾਣਾ ਸੀ ਸਿੱਧਾ, ਤੁਹਾਨੂੰ ਲੱਗ ਜਾਂਦਾ ਪਤਾ। ਭਗਵੰਤ ਮਾਨ ਜੀ ਦੀ ਸਰਕਾਰ ਦੀ ਡਿਮਾਂਡ ਇੱਕੋ ਹੈ। ਆਮ ਆਦਮੀ ਪਾਰਟੀ ਚਾਹੁੰਦੀ ਹੈ ਵੀ ਕੋਰਟ ਜਾਣ? ਨਹੀਂ ਦੇਖੋ ਇਦਾਂ ਹੈ, ਜਿਹੜੀ ਵੀ ਚੀਜ਼ ਹੈਗੀ ਹੈ ਇਹ ਲੋਕ ਚਾਹੁੰਦੇ ਕੀ ਨੇ? ਇਹ ਹਰ ਇੱਕ ਚੀਜ਼ 'ਚ ਕੀ ਕਰਦੇ ਨੇ? ਇਹਨਾਂ ਦਾ ਸਿਸਟਮ ਕੀ ਹੈ? ਅਸੀਂ ਕੋਈ ਵੀ ਚੀਜ਼ ਕਰਦੇ ਸਿੱਧਾ ਕੋਰਟ ਚਲੇ ਜਾਂਦੇ, ਮੂੰਹ ਭਾਰ ਡਿੱਗਦੇ ਨੇ, ਫਿਰ ਸੁਧਰ ਜਾਂਦੇ ਨੇ, ਫਿਰ ਕਹਿੰਦੇ ਨਹੀਂ 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 ਠੀਕ ਕਰਤਾ, ਕਦੀ ਕਹਿੰਦੇ ਗਲਤ ਕਰਤਾ, ਫਿਰ ਨਾਲ ਹੀ ਠੀਕ ਕਰਤਾ। ਅੱਜ ਗੱਲ ਇਹ ਹੈਗੀ ਹੈ ਕਿ ਗੱਲ ਹੋ ਰਹੀ ਹੈ ਗੁਰਬਾਣੀ ਦੀ। ਅਸੀਂ ਤਾਂ ਕੋਈ ਮੈਂਬਰ ਨਹੀਂ ਲਾਇਆ ਬਰਾੜ ਸਾਹਿਬ, ਅਸੀਂ ਕੋਈ ਹੋਰ ਗੱਲ ਨਹੀਂ ਕੀਤੀ। ਅਸੀਂ ਕਿਹਾ ਗੁਰਬਾਣੀ ਉਸ ਐਕਟ 'ਚ ਨਹੀਂ ਲਿਖੀ ਹੋਈ, ਉਸ ਦੇ ਅੰਦਰ ਕਰਦੀ ਹੈ ਕਿ ਫ੍ਰੀ ਟੂ ਏਅਰ ਕਰਦੀ ਹੈ ਤਾਂ ਕਿ ਅੱਗੋਂ ਕਦੀ ਰੌਲਾ ਨਾ ਪਏ। ਅੱਜ ਇਹ ਆਵਾਜ਼ ਕਿਉਂ ਉੱਠੀ ਹੈ ਕਿ 11 ਸਾਲ ਹੋ ਗਏ? ਜੇ ਅੱਜ ਵੀ ਸਰਦਾਰ ਭਗਵੰਤ ਸਿੰਘ ਮਾਨ ਇਹ ਗੱਲ ਨੂੰ ਨਾ ਚੱਕਦੇ ਤੇ ਫਿਰ ਤੋਂ ਇਹਨਾਂ ਨੇ ਗੁਰਬਾਣੀ ਜਿਹੜੀ ਹੈ ਨਾ ਪੀਟੀਸੀ ਦੀ ਜਗ੍ਹਾ ਪਹਿਲਾਂ ਈਟੀਸੀ ਸੀ, ਫਿਰ ਪੀਟੀਸੀ ਹੋ ਗਿਆ ਪ੍ਰਕਾਸ਼ ਟੈਲੀਵਿਜ਼ਨ ਨੈਟਵਰਕ, ਹੁਣ ਐਸਟੀਸੀ ਹੋ ਜਾਏਗਾ। ਤੁਸੀਂ ਕੁੱਲ ਮਿਲਾ ਕੇ ਸਭ ਕੁਝ ਇਸ ਚੀਜ਼ ਨੂੰ ਰੋਕਣ ਦੇ ਲਈ ਕੀਤਾ ਹੈ ਸਰ। ਅਸੀਂ ਤਾਂ ਗੁਰਬਾਣੀ ਫ੍ਰੀ ਟੂ ਏਅਰ ਲਈ ਕੀਤਾ ਹੈ ਬਰਾੜ ਸਾਹਿਬ। ਸਰਦਾਰ ਭਗਵੰਤ ਸਿੰਘ ਮਾਨ ਉਹ ਤੁਸੀਂ ਰਹਿਣ ਦਿਓ ਯਾਰ, ਤੁਹਾਡੇ ਤੇ ਤੁਸੀਂ ਕੀਤੀ ਹੈ, ਤੁਸੀਂ ਹਰਿਆਣੇ 'ਚ ਕੀਤੀ ਹੈ, ਤੁਸੀਂ ਕੀ ਹੈ? ਤੁਸੀਂ ਤਾਂ ਵਿਕਾਊ ਮਾਲ ਹੈ। ਉਹ ਤੁਹਾਡਾ ਜਿਹੜਾ ਤੁਹਾਡਾ ਮੁੱਖ ਮੰਤਰੀ ਭੱਜ ਗਿਆ, ਤੁਸੀਂ ਵਿਕਾਊ ਮਾਲ ਹੈ, ਰਹਿਣ ਦਿਓ। ਖੜਿਆਲ ਸਾਹਿਬ ਤੁਸੀਂ ਘੱਟ ਬੋਲਿਆ ਕਰੋ, ਤੁਹਾਡਾ ਮੁੱਖ ਮੰਤਰੀ ਭੱਜ ਗਿਆ ਭਾਰਤੀ ਜਨਤਾ ਪਾਰਟੀ, ਤੁਹਾਡੇ ਸਾਰੇ ਮੰਤਰੀ ਭਾਰਤੀ ਜਨਤਾ ਪਾਰਟੀ, ਤੁਸੀਂ ਕੀ ਬੋਲਦੇ ਹੋ? ਆਮ ਆਦਮੀ ਪਾਰਟੀ ਦਾ ਪਲਾਨ ਆਫ ਐਕਸ਼ਨ ਕੀ ਹੋਊਗਾ? ਪਤਾ ਕੀ ਹੈ, ਇਸ ਗੱਲ ਦਾ ਜਵਾਬ ਦਿਓ। ਤੁਸੀਂ ਕਿਹਾ ਸੀ ਕਰਾਂਗੇ, ਤੁਸੀਂ ਕਰ ਨਹੀਂ ਆਏ ਕਿਉਂਕਿ ਤੁਸੀਂ ਬਿਕਾਊ ਹੋ। ਤੁਸੀਂ ਪਹਿਲਾਂ ਲੀਡਰਾਂ ਨੇ ਮੰਗੀਆਂ, ਸਾਰਾ ਬਿਕਾਊ ਮਾਫੀਆ ਮੰਗੀਆਂ, ਕੋ ਲੈਣਾ ਕਰੋ ਤੁਹਾਡੇ ਲੀਡਰਾਂ ਨੇ, ਲਿਖਤੀ ਮਾਫੀਨਾਮੇ ਮੰਗੇ ਆ, ਉਹ ਲੈਣਾ ਕਰੋ। ਗੱਲ ਦਾ ਜਵਾਬ ਪਲਾਨ ਆਫ ਐਕਸ਼ਨ ਗਵਰਨਰ ਸਾਹਿਬ ਪਤਾ ਕੀ ਹੈ, ਤੁਹਾਡਾ ਮੂੰਹ ਤੋਂ ਲੈਕਚਰ ਦਿੰਦਾ ਚੰਗੇ ਨਹੀਂ ਲੱਗਦੇ ਤੁਸੀਂ ਖੁਦ ਬਿਕਾਊ ਮੈਂ ਕਹਿੰਦਾ ਜਿਹਨੇ ਮਾਫੀਆ ਮੰਗੀਆਂ ਤੁਹਾਡੇ ਕਿੱਥੇ ਹੀ ਕੁਝ ਨਹੀਂ ਗਿਆ, ਤੁਹਾਡੇ ਕੁਝ ਨਹੀਂ ਕੀਤਾ ਗਿਆ। ਇਹ ਅੱਜ ਡਿਬੇਟ ਹੁੰਦਾ ਨਾ, ਜੇ ਤੁਸੀਂ ਕਰ ਦਿੱਤਾ ਤੁਸੀਂ ਸਭ ਚਾਲੀ ਤਾਂ ਖੁਦ ਵਿੱਚ ਗਏ। ਚਲੋ ਸਵਾਈ ਚ ਜਾ ਕੇ ਨਿਕਲ ਗਏ। ਇਹ ਭਾਰਤੀ ਜਨਤਾ ਪਾਰਟੀ ਨਾਲ ਦੇ ਡਰਪੋਕ ਬੰਦੇ। ਇੱਕ ਸੈਕਿੰਡ ਖੜਿਆਲ ਸਾਹਿਬ, ਇੱਕ ਖੜਿਆਲ ਸਾਹਿਬ ਤੁਸੀਂ ਡਰਪੋਕ ਬੰਦੇ ਹੋ। ਤੁਸੀਂ ਅਲਵਾਲੀਆ ਸਾਹਿਬ ਇਸ ਗੱਲ ਦਾ ਤਾਂ ਕੋਈ ਫਾਇਦਾ ਨਹੀਂ ਹੈ। ਪਹਿਲਾਂ ਮਾਫੀ ਮੰਗ ਕੇ ਗਏ ਤੁਹਾਡੇ ਸੁਪਰੀਮੋ ਮਾਫੀ ਮੰਗ ਕੇ ਗਏ, ਲਿਖਤੀ ਮਾਫੀਨਾਮੇ ਕਰਕੇ ਫ੍ਰੀ ਟੂ ਏਅਰ ਕੌਣ ਹੈ ਪਤਾ ਸਭ ਨੂੰ। ਫ੍ਰੀ ਟੂ ਏਅਰ ਕਰਕੇ ਉਹ ਵੀ ਚਾਹ ਰਹੇ ਨੇ। ਕਿੱਥੇ ਚਾਹ ਰਹੇ ਨੇ ਜੀ? ਕਾਂਗਰਸ ਚਾਹ ਰਹੇ ਹੁੰਦੇ ਆਪਣੇ ਟਾਈਮ 'ਚ ਕਿਉਂ ਨਹੀਂ ਕੀਤਾ? ਬਰਾੜ ਸਾਹਿਬ ਮੇਰਾ ਖੜਿਆਲ ਸਾਹਿਬ ਮਾੜਾ ਜਿਹਾ ਸਾਫ਼ ਕਰ ਦਿਓ, ਫਿਰ ਮੈਂ ਪੀਰ ਮੁਹੰਮਦ ਜੀ ਕੋਲ ਜਾਣਾ। ਤੁਸੀਂ ਚਾਹੁੰਦੇ ਹੋ ਕਿ ਨਹੀਂ ਗੁਰਬਾਣੀ ਫ੍ਰੀ ਟੂ ਏਅਰ ਹੋਵੇ?
ਮੈਂ ਕਹਿੰਦਾ ਜੀ ਢਾਲੀਵਾਲ ਬਰਾੜ ਸਾਹਿਬ ਮੈਨੂੰ ਕਾਈਂਡਲੀ ਨਾ ਅਨਇੰਟਰਪਟਡ ਅੱਧਾ ਮਿੰਟ ਦੇ ਦਿਓ ਤੇ ਮੈਂ ਉਮੀਦ ਕਰਦਾ ਆਲੂਵਾਲੀਆ ਸਾਹਿਬ ਬੋਲਣਗੇ ਨਹੀਂ ਤਾਂ ਮੈਂ ਲਗਾਤਾਰ ਇਹਨਾਂ ਦੇ ਟਾਈਮ ਬੋਲੂੰਗਾ। ਹੁਣ ਸੁਣ ਲਓ ਤੁਸੀਂ ਮੇਰੀ ਗੱਲ ਦਾ ਜਵਾਬ ਦੇ ਦਿਓ। ਤੁਸੀਂ ਚਾਹੁੰਦੇ ਹੋ? ਮੈਂ ਜਵਾਬ ਦੇ ਰਿਹਾ, ਨਹੀਂ ਚਾਹੁੰਦੇ? ਮੈਂ ਜਵਾਬ ਦੇ ਰਿਹਾ, ਮੈਂ ਇੱਕ ਰਿਕੁਐਸਟ ਕਰੂੰਗਾ ਬਸ, ਆਲੂਵਾਲੀਆ ਸਾਹਿਬ ਮੇਰੇ ਟਾਈਮ ਨਾ ਬੋਲਣ, ਨਹੀਂ ਮੈਂ ਲਗਾਤਾਰ ਬੋਲੂੰਗਾ। ਤੇ ਜਿੱਥੋਂ ਤੱਕ ਗਰਮੀ ਦੀ ਗੱਲ ਹੈ, ਪਹਿਲਾਂ ਸੁਪਰੀਮੋ ਨੇ ਮਾਫੀ ਮੰਗੀ ਹੈ, ਉਹਨਾਂ ਦੇ ਨਕਸ਼ੇ ਕਦਮ ਤੇ ਆ ਚੱਲੋ। ਜਿੱਥੋਂ ਤੱਕ ਅੱਜ ਦਾ ਮੁੱਦਾ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੈਂ ਰਿਕੁਐਸਟ ਕਰਦਾ ਕਿ ਆਮ ਆਦਮੀ ਪਾਰਟੀ ਸਰਕਾਰ ਨੂੰ ਸਪਸ਼ਟ ਕਰਦਾ ਕਿ ਜੇ ਕੁਝ ਕਰ ਸੁਣੋ प्रो की है, कौन की है, फ्री होनी चाहिए, नो डाउट, लेकिन प्रोसीजर सही फॉलो होना चाहिए, प्रोसेस सही फॉलो होनी चाहिए है। तो तुसी नहीं फॉलो कर रहे, ਤੁਹਾਨੂੰ ਮੈਂ ਦੱਸਿਆ ਐਗਰੀਮੈਂਟ ਸੀਗਾ, ਵਾਇਲੇਟ ਕਰਤਾ, ਸੰਵਿਧਾਨ ਹੈਗਾ ਵਾਇਲੇਟ ਕਰਤਾ, ਕਨਸਟੀਟਿਊਸ਼ਨਲ ਕੋਸਟਲੀ ਮਾੜੀ ਸ਼ਬਦਾਵਲੀ ਕੌਣ ਵਰਤਦੀ ਹੈ? ਆਮ ਆਦਮੀ ਪਾਰਟੀ ਵਰਤਦੀ ਹੈ। ਮਾਫੀਆ ਕੌਣ ਮੰਗਦੀ ਹੈ? ਆਮ ਆਦਮੀ ਪਾਰਟੀ ਮੰਗਦੀ ਹੈ। ਗਰਮੀ ਰਖਾਉਣੀ ਕੌਣ ਹੈ? ਆਮ ਆਦਮੀ ਪਾਰਟੀ ਨੇ ਫੇਰ ਮਾਫੀ ਮੰਗਦੀ ਹੈ। ਸੋ ਮੈਂ ਆਮ ਆਦਮੀ ਪਾਰਟੀ ਨੂੰ ਇੱਕ ਗੱਲ ਕਹੂੰਗਾ ਕਿ ਇੱਥੇ ਦੋ ਚੀਜ਼ਾਂ ਸਪਸ਼ਟ ਹੋ ਗਈਆਂ कि आम आदमी पार्टी की सरकार को प्लान ऑफ एक्शन कोई नहीं है। जो गवर्नर साहब असेंट दे तो मना कर देते हैं, क्यों नहीं होया? तो 5 साल प्लान ऑफ एक्शन के बाद कोर्ट बात पार्टी सवाल पूछ रहा सी हरियाणे के अंदर सवाल पूछ रहा सी, मैं तो इसलिए नहीं पूछ रहा सी कि मसला अल्टीमेटली इस बाद कोर्ट ही जाएगा जे गवर्नर अपनी मैं दसदा जी जिथों तक कोर्ट ਦਾ ਮਸਲਾ ਹੈ। ਤੁਹਾਨੂੰ ਯਾਦ ਹੈ ਜਦੋਂ ਗਵਰਨਰ ਸਾਹਿਬ ਦਾ ਤੇ ਸਰਕਾਰ ਦੀ ਇੱਕ ਟਸਲ ਸੀਗੀ, ਇਹ ਕੋਰਟ ਗਏ ਪੰਜਾਬ ਦੇ ਟੈਕਸਪੇਅਰ ਦਾ ਪੈਸਾ ਖਰਚ ਕੇ, ਤੇ ਹੋਇਆ ਕਿ ਸੁਪਰੀਮ ਕੋਰਟ ਨੇ ਕਿਹਾ ਤੁਹਾਡੀ ਸ਼ਬਦਾਵਲੀ ਗਲਤ ਹੈ, ਅਨਕਨਸਟੀਟਿਊਸ਼ਨਲ ਹੈ, ਡੈਰੋਗੇਟਰੀ ਹੈ, ਸੈਸ਼ਨ ਬੁਲਾ ਤੇ ਦੂਜਾ ਪਰਮਿਸ਼ਨ ਮਿਲ ਗਈ ਸੀ ਸੈਸ਼ਨ ਬੁਲਾਉਣ ਦੀ, ਸਵਾਲਾਂ ਦੇ ਜਵਾਬ ਦੇਣੇ ਪੈਣਗੇ ਸਾਨੂੰ। ਉਹਨਾਂ ਨੇ ਕਿਹਾ ਕਿ ਪਰਮਿਸ਼ਨ ਨਹੀਂ ਦੇਣਾ, ਜਵਾਬ ਦੇਣੇ ਪੈਣਗੇ, ਮਿਲੀ ਪਰਮਿਸ਼ਨ ਸਾਨੂੰ। ਚਲੋ ਇਹ ਬਾਤ ਦੀਆਂ ਗੱਲਾਂ ਨੇ, ਮਾਫੀ ਠੀਕ ਹੈ ਤੁਹਾਡੀ ਗੱਲ, ਇਹ ਬਾਤ ਦੀਆਂ ਗੱਲਾਂ ਨੇ, ਪਰ ਆਪਾਂ ਇਸ ਵੇਲੇ ਮੌਕੇ ਦੀ ਸਥਿਤੀ ਕੀ ਹੈ? ਇਸ ਵੇਲੇ ਮੌਕੇ ਦੀ ਸਥਿਤੀ ਕੀ ਹੈ? ਇੱਕ ਮਿੰਟ ਆਲੂਵਾਲੀਆ ਸਾਹਿਬ, ਮੌਕੇ ਦੀ ਸਥਿਤੀ ਕੀ ਹੈ? ਖੜਿਆਲ ਸਾਹਿਬ ਮੈਂ ਪੀਰ ਮੁਹੰਮਦ ਜੀ ਕੋਲ ਜਾਣਾ ਚਾਹੂੰਗਾ। ਪੀਰ ਮੁਹੰਮਦ ਜੀ, ਤੁਹਾਡਾ ਜਿਹੜਾ ਵਰਸ਼ਨ ਹੈ ਇਸ ਵੇਲੇ ਉਹ ਜ਼ਿਆਦਾ ਅਹਿਮ ਹੋ ਜਾਂਦਾ ਹੈ। ਹਾਲਾਂਕਿ ਅੱਗੇ ਇਸ ਮੈਟਰ ਨੇ ਕੋਰਟ ਜਾਣਾ ਹੈ ਜਾਂ ਕਿਸ ਤਰੀਕੇ ਨਾਲ ਕੀ ਹੈ, ਹਲੇ ਤਾਂ ਉਹ ਬੜਾ ਲੰਬਾ ਪ੍ਰੋਸੈਸ ਹੈ। ਪਰ ਫਿਲਹਾਲ ਗਵਰਨਰ ਦੇ ਕੋਲ ਗਿਆ, ਗਵਰਨਰ ਪਿਛਲੇ ਦਿਨੀ ਇਹ ਕਲੀਅਰ ਕਹਿ ਚੁੱਕੇ ਨੇ ਕਿ ਜੇ ਸੰਵਿਧਾਨ ਦੇ ਮੁਤਾਬਕ ਜਿਹੜੀ ਚੀਜ਼ ਸਹੀ ਹੈ ਉਹ ਮੈਂ ਬਿਲਕੁਲ ਨਹੀਂ ਰੋਕੂੰਗਾ, ਉਹਦੇ 'ਚ ਤੁਹਾਡੇ ਕੋਈ ਮਨਮੁਟਾਵ ਵਾਦ ਵਿਵਾਦ ਉਹ ਬਿਲਕੁਲ ਨਹੀਂ ਆਉਣਗੇ। ਇਹ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ 'ਚ ਕਿਹਾ। ਪਰ ਜੇ ਉਹਨਾਂ ਨੇ ਕਿਹਾ ਕਿ ਕੋਈ ਚੀਜ਼ ਸੰਵਿਧਾਨਿਕ ਤੌਰ ਤੇ ਗਲਤ ਹੈ, ਫਿਰ ਉਸ ਤੇ ਮੇਰੇ ਦਸਤਖਤ ਨਹੀਂ ਹੋਣਗੇ। ਦੇਖੋ ਗੱਲ ਇਹ ਆ ਵਿਜੇਪਾਲ ਜੀ, ਇਹ ਸਮਝਣ ਦੀ ਲੋੜ ਹੈ ਕਿ ਗਵਰਨਰ ਸਾਹਿਬ ਵੀ ਸੰਵਿਧਾਨ ਦੇ ਵਿੱਚ ਬੱਝੇ ਹੋਏ, ਸੰਵਿਧਾਨ ਤੋਂ ਬਾਹਰ ਉਹ ਨਹੀਂ ਜਾ ਸਕਦੇ। ਈਵਨ ਮੁੱਖ ਮੰਤਰੀ ਤੇ ਪੰਜਾਬ ਵਿਧਾਨ ਸਭਾ ਇਹ ਵੀ ਆਪਣੇ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦੀ। ਜਿਹੜਾ ਮੈਂ ਇਤਰਾਜ਼ ਜ਼ਾਹਰ ਕੀਤਾ ਕੇਂਦਰ ਸਰਕਾਰ ਤੇ, ਉਹ ਇਹ ਕਿਉਂ ਜ਼ਾਹਰ ਕੀਤਾ ਹੈ ਕਿ ਜਿਹੜੀ ਲਾਅ ਮਿਨਿਸਟਰੀ ਹੈ, ਬ੍ਰੌਡਕਾਸਟਿੰਗ ਮਿਨਿਸਟਰੀ ਹੈ, ਇਹ ਉਹਨਾਂ ਦਾ ਹੱਕ ਬਣਦਾ ਸੀ ਸਭ ਤੋਂ ਪਹਿਲਾਂ ਇਹਦਾ ਨੋਟਿਸ ਲੈਂਦੇ ਕਿ ਤੁਸੀਂ ਸੰਵਿਧਾਨਕ ਦਾਇਰੇ ਤੋਂ ਬਾਹਰ, ਇਹਨਾਂ ਦੇ ਕੋਲ ਤਾਂ ਕੋਈ ਅਧਿਕਾਰ ਹੀ ਨਹੀਂ ਹੈਗਾ ਪੰਜਾਬ ਸਰਕਾਰ ਕੋਲ। ਦੇਖੋ ਇਹੋ ਹੀ ਤਾਂ ਅਸੀਂ ਮੰਗ ਕਰਦੇ ਆ ਰਹੇ ਹਾਂ ਲੰਮੇ ਸਮੇਂ ਤੋਂ ਕਿ ਇਹ ਜਿਹੜਾ ਗੈਰ ਸੰਵਿਧਾਨਕ ਗੱਲਾਂ ਕਰਨੀਆਂ ਬੰਦ ਕਰ ਦੇਣ। ਸੰਵਿਧਾਨ ਸਾਰੇ ਇਹਨਾਂ ਨੇ ਸਹੁੰ ਚੱਕੀਏ, ਲੇਕਿਨ ਕੰਮ ਸਾਰੇ ਉਸ ਤੇ ਉਲਟ ਕਰ ਰਹੇ ਆ। ਦੂਸਰੀ ਗੱਲ ਇਹ ਕਿ ਇਹਨਾਂ ਨੇ ਚੋਣ ਮੈਨੀਫੈਸਟੋ ਜਾਰੀ ਕੀਤਾ, ਜਿਹੜੀਆਂ ਉਹਨਾਂ ਦੇ ਵਿੱਚ ਇਹਨਾਂ ਨੇ ਗਰੰਟੀਆਂ ਦਿੱਤੀਆਂ ਉਸ ਪਾਸੇ ਵੱਲੋਂ ਧਿਆਨ ਭਟਕਾਉਣ ਲਈ ਜਨਤਾ ਦਾ, ਕਿ ਦੇਖੋ ਉਹਦੇ ਵਿੱਚ ਇਹਨਾਂ ਦਾ ਫੇਲੀਅਰ ਹੈ, ਕੋਈ ਇੱਕ ਗਰੰਟੀ ਵੀ ਇਹ ਅੱਜ ਤੱਕ ਪੂਰੀ ਨਹੀਂ ਕਰ ਸਕੇ। ਤੇ ਇਹੋ ਜੀਆਂ ਗੱਲਾਂ ਕਰਕੇ ਕਿ ਆਪਣਾ ਸਮਾਂ ਜਿਹੜਾ ਉਹ ਨਿਗਾਉਣਾ ਚਾਹੁੰਦੇ ਆ। ਦੂਸਰੀ ਗੱਲ ਇਹ ਆ ਕਿ ਕੋਈ ਬਹਾਨਾ ਲੱਭ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਮਿੰਟ ਸੋ ਵਿੱਚ ਬੋਲਣਾ ਨਹੀਂ, ਆਪਣੇ ਆਲੂਵਾਲੀਆ ਸਾਹਿਬ ਗੱਲ ਪੂਰੀ ਹੋ ਲੈਣ ਦਿਓ, ਮੈਂ ਤੁਹਾਡੀ ਗੱਲ 'ਚ ਬੋਲਿਆ ਨਹੀਂ। ਜੇ ਇਸ ਤਰ੍ਹਾਂ ਕਰੋਗੇ, ਟਰੰਪਟ ਕਰੋਗੇ, ਫਿਰ ਆਪਾਂ ਵਾਰ-ਵਾਰ ਕਰਾਂਗੇ। ਜੇ ਸਕੂਲ ਚੰਗੇ ਬਣਾਤੇ, ਤੁਸੀਂ ਇੱਕ ਮਿੰਟ ਗੱਲ ਤਾਂ ਸੁਣ ਲਓ, ਗੱਲ ਪੂਰੀ ਹੋ ਲੈਣ ਦਿਓ। ਜਦੋਂ ਤੁਹਾਡਾ ਟਾਈਮ ਹੋਇਆ ਤੁਸੀਂ ਆਪਣੀ ਗੱਲ ਪੂਰੀ ਕਰ ਲਓ, ਮੇਰੀ ਗੱਲ ਪੂਰੀ ਕਰ ਲਓ। ਨਹੀਂ ਗਾਰੰਟੀ ਮੈਂ ਗੱਲ ਕੀ ਕਰ ਰਿਹਾ ਮੇਰੀ ਗੱਲ ਪੂਰੀ ਹੋ ਲੈਣ ਦਿਓ ਪਹਿਲਾਂ। ਆ ਵਿੱਚ ਨਾ ਬੋਲੋ ਤੁਸੀਂ ਕੋਈ ਫਲਾਈਟ ਨਹੀਂ ਜਿਹੜੀ ਚਲੀ ਜਾਣੀ ਮੁੜ ਕੇ ਵਾਪਸ ਨਹੀਂ ਆਉਣੀ। ਇੱਕ ਮਿੰਟ ਮੇਰੀ ਗੱਲ ਪੂਰੀ ਹੋ ਲੈਣ ਦਿਓ। ਮੈਂ ਜਿਹੜੀ ਮੇਨ ਗੱਲ ਕਰਨੀ ਚਾਹਣਾ ਕਿ ਇਹ ਬਹਾਨਾ ਲੱਭਦੇ ਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਨਿੰਦਣ ਵਾਸਤੇ। ਪੰਜਾਬ ਵਿਧਾਨ ਸਭਾ ਦੇ ਵਿੱਚ ਜਿਸ ਤਰੀਕੇ ਦੀਆਂ ਉਸ ਦਿਨ ਇਹਨਾਂ ਦੀਆਂ ਟਿੱਪਣੀਆਂ ਸਨ, ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਵਿਧਾਇਕਾਂ ਤੱਕ ਦੀਆਂ, ਕੀ ਇਹ ਸੋਭਾ ਦਿੰਦੀਆਂ ਨੇ? ਸਿੱਖੀ ਸਰੂਪ ਦੇ ਉੱਤੇ ਕਟਾਸੇ ਕਰਨਾ, ਮਸ਼ਕਰੀਆਂ ਕਰਨੀਆਂ, ਕੀ ਇਹਨਾਂ ਨੂੰ ਸੋਭਾ ਦਿੰਦੀਆਂ ਨੇ? ਅੱਜ ਤੱਕ ਇਹਨਾਂ ਨੇ ਮਾਫੀ ਨਹੀਂ ਮੰਗੀ।
ਬੰਦਾ ਜਦੋਂ ਵਾਰ-ਵਾਰ ਪੂਰੇ ਜਰਨਲ ਹਾਊਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਰਨਲ ਹਾਊਸ ਹੈ ਜਿੰਦੇ ਵਿੱਚ ਗੱਲ ਕਰਦੇ ਬੀਬੀ ਜਗੀਰ ਕੌਰ ਜੀ ਦੀ ਗੱਲ ਕਰਦੇ ਆ ਜਾਂ ਜਿਹੜੇ ਅਲੱਗ-ਅਲੱਗ ਜਿਹੜੇ ਵਿਚਾਰਧਾਰਕ ਵਿਰੋਧੀ ਨੇ ਉਹਨਾਂ ਦੀ ਗੱਲ ਕਰਦੇ ਆ। ਵੇਖੋ ਵਿਚਾਰਧਾਰਕ ਵਿਰੋਧੀ ਹੋਣਾ ਆਪਾਂ 4-5 ਬੈਠੇ ਆ, ਸਾਰਿਆਂ ਦੇ ਆਪਣੇ-ਆਪਣੇ ਵਿਚਾਰ ਨੇ, ਲੇਕਿਨ ਇੱਕ ਮਸਲੇ ਦੇ ਉੱਤੇ ਇਕਜੁੱਟ ਹੋਣਾ, ਉਹਦੇ ਉੱਤੇ ਸਮੁੱਚਾ ਪੰਥ ਖਾਲਸਾ ਮੈਂ ਕਿਉਂ ਕਹਿਣਾ ਕਿ ਜਿਹੜਾ ਜਰਨਲ ਹਾਊਸ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹ ਵੀ ਇਹਨਾਂ ਵਾਂਗ ਚੁਣ ਕੇ ਆਇਆ। ਤੁਸੀਂ ਇਹ ਦੇਖੋ ਜੇ ਇਹ ਕਹਿੰਦੇ ਨੇ ਕਿ ਸਾਡੀ ਗੱਲ ਨੂੰ ਨਹੀਂ ਕੱਟਿਆ ਜਾ ਸਕਦਾ ਤੇ ਜਰਨਲ ਹਾਊਸ ਦੀ ਗੱਲ ਨੂੰ ਕਿਵੇਂ ਕੱਟ ਸਕਦੇ ਆ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਰਨਲ ਹਾਊਸ ਵੀ ਉਸੇ ਹੀ ਐਕਟ ਦੇ ਅਧੀਨ ਬਣਿਆ ਜਿਹੋ ਜਿਹਾ ਐਕਟ ਪੰਜਾਬ ਵਿਧਾਨ ਸਭਾ ਦਾ। ਸੋ ਜੇ ਪੰਜਾਬ ਵਿਧਾਨ ਸਭਾ ਕੋਈ ਗੈਰ ਸੰਵਿਧਾਨਕ ਗੱਲ ਕਰਦੀ ਏ ਤਾਂ ਉਸ ਦਾ ਜਿਹੜਾ ਅਸੀਂ ਵਿਰੋਧ ਕਰਕੇ ਬਕਾਇਦਾ ਆਪਣਾ ਇੱਕ ਜਰਨਲ ਹਾਊਸ ਦੇ ਵਿੱਚ ਮਤਾ ਪਾਸ ਕੀਤਾ, ਉਸ ਦੀ ਇਹਨਾਂ ਨੇ ਬੇਕਦਰੀ ਕੀਤੀ ਏ। ਦੂਸਰੀ ਗੱਲ ਇਹ ਆ ਕਿ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਇਹ ਦੱਸ ਦਿਆਂ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਸਪਸ਼ਟ ਕੀਤਾ ਔਰ ਸਾਰਿਆਂ ਨੇ ਇਕਮਤ ਹੋ ਕੇ ਉਸ ਫੈਸਲੇ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਫਿਰ ਸਾਨੂੰ ਮੋਰਚਾ ਲਾਉਣਾ ਪਿਆ, ਲਾਵਾਂਗੇ। ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨਾ ਪਿਆ, ਉਹ ਕਰਾਂਗੇ। ਔਰ ਇਹਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਮੋਰਚਾ ਲਾਇਆ, ਠੀਕ ਹੈ ਪਿਛਲੇ ਸਮੇਂ 'ਚ ਸਾਡਾ ਅਸੀਂ ਢਿੱਲ ਆ ਗਈ, ਮੋਰਚਿਆਂ ਤੋਂ ਅਸੀਂ ਪਾਸਾ ਮੋੜ ਲਿਆ, ਹੁਣ ਮੋਰਚੇ ਲੱਗਣਗੇ ਔਰ ਇਹਨਾਂ ਨੂੰ ਕਰੜਾ ਜਵਾਬ ਦੇਣਾ ਪਵੇਗਾ ਔਰ ਇਹ ਉਨੀ ਦੇਰ ਤੱਕ ਇਹਨਾਂ ਨੇ ਸੂਤ ਨਹੀਂ ਆਉਣਾ। ਸੋ ਮੈਂ ਇਹ ਗੱਲ ਕਹਿਣੀ ਚਾਹਾਂਗਾ, ਇਹ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਸੁਣਦੇ ਆ ਜਿਹੜਾ ਇਹਨਾਂ ਨੂੰ ਐਡਾ ਫਿਕਰ ਪਿਆ ਹੋਇਆ। ਯਾਨੀ ਮੈਂ ਮੁਹੰਮਦ ਜੀ ਤੁਹਾਡੇ ਤੋਂ ਇਹ ਜਾਨਣਾ ਚਾਹਣਾ ਹੈ ਜਿਹੜੀ ਅਗਲੇ ਦਿਨਾਂ ਦੇ ਵਿੱਚ ਐਸਜੀਪੀਸੀ ਮੀਟਿੰਗ ਪਲਾਨ ਕਰ ਰਹੀ ਹੈ ਗ੍ਰਹਿ ਮੰਤਰੀ ਦੇ ਨਾਲ, ਉਸ ਮੀਟਿੰਗ ਤੋਂ ਕੋਈ ਉਮੀਦ ਹੈ ਕਿ ਨਹੀਂ ਹੈ? ਦੇਖੋ ਜਿਹੜਾ ਇਹ ਮਸਲਾ ਹੈ ਨਾ ਜੀ, ਇਹ ਜਿਵੇਂ ਪ੍ਰਤੀਕਿਰਿਆ ਤੇ ਉਸ ਦੇ ਸਬੰਧ ਦੇ ਵਿੱਚ ਜਿਹੋ ਜਿਹਾ ਸਟੈਪ ਚੱਕਣਗੇ, ਅਸੀਂ ਜਨਤਕ ਤੌਰ ਦੇ ਉੱਤੇ ਇਸ ਮਸਲੇ ਦੇ ਉੱਤੇ ਪੂਰੀ ਤਰ੍ਹਾਂ ਮਾਨਸਿਕ ਤੌਰ ਤੇ ਤਿਆਰ ਹਾਂ ਕਿ ਦੇਖੋ ਬਹਾਨੇ ਨਾਲ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਬੜੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਈ ਸੰਸਥਾ ਹੈ ਔਰ ਜਿਸ ਦਾ ਇੱਕ ਸ਼ਾਨਾ ਮਤਾ ਇਤਿਹਾਸ ਹੈ, ਵਿਅਕਤੀ ਵਿਸ਼ੇਸ਼ ਕੋਈ ਗਲਤੀ ਕਰ ਸਕਦਾ, ਸਮੇਂ-ਸਮੇਂ ਅਹੁਦੇਦਾਰਾਂ ਦੇ ਕੋਲੋਂ ਗਲਤੀਆਂ ਹੋ ਸਕਦੀਆਂ ਨੇ, ਉਸ ਤੋਂ ਮੈਂ ਇਨਕਾਰੀ ਨਹੀਂ ਹੈਗਾ, ਪਰ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸਿੱਖ ਕੌਮ ਦੀ ਇੱਕ ਆਜ਼ਾਦ ਸੰਸਥਾ ਜਿਹੜੀ ਹੈ ਉਸ ਨੂੰ ਤੋੜਨ ਦਾ ਯਤਨ ਚਾਹੇ ਕੇਂਦਰ ਸਰਕਾਰ ਕਰੇਗੀ ਚਾਹੇ ਕੋਈ ਰਾਜ ਸਰਕਾਰ ਕਰੇਗੀ, ਉਹਦਾ ਸਖਤ ਵਿਰੋਧ ਕਰਾਂਗੇ। ਤੇ ਅਸੀਂ ਤਾਂ ਇਸ ਮਸਲੇ ਦੇ ਉੱਤੇ ਇੱਕ ਹੋਰ ਸਵਾਲ, ਮੈਂ ਇੱਕ ਸੈਕਿੰਡ ਨਾਲ ਵਾਲੀ ਜੀ, ਮੈਂ ਪੀਰ ਮੁਹੰਮਦ ਜੀ ਤੁਹਾਡੇ ਤੋਂ ਇੱਕ ਹੋਰ ਸਵਾਲ ਪੁੱਛਦਾ ਹਾਂ। ਅੱਜ ਇਹ ਬਿੱਲ ਇਹ ਆਂਦਾ ਸਰਕਾਰ ਨੇ ਅੱਗੇ ਕਿਸ ਤਰੀਕੇ ਨਾਲ ਇਹਨੇ ਜਾਣਾ ਹੈ, ਗਵਰਨਰ ਦੀ ਮਨਜ਼ੂਰੀ ਦੇ ਲਈ ਹੈ, ਉਦੋਂ ਬਾਅਦ ਕੋਰਟਾਂ 'ਚ ਜਾਣਾ ਹੈ, ਕੀ ਹੋਣਾ ਹੈ, ਇੱਕ ਲੰਬੀ ਪ੍ਰਕਿਰਿਆ ਦਾ ਹਿੱਸਾ ਹੈ, ਸਾਹਮਣੇ ਆ ਜਾਣੀਆਂ ਜੋ ਕੁਝ ਵੀ ਹੋਇਆ। ਕੀ ਐਸਜੀਪੀਸੀ ਨੂੰ ਇਸ ਚੀਜ਼ ਦਾ ਅੰਦੇਸ਼ਾ ਸੀ ਜਾਂ ਐਸਜੀਪੀਸੀ ਨੇ ਕਦੇ ਇਹ ਚਰਚਾ ਹੋਈ ਸੀ ਕਿ ਇਹ ਮੁੱਦਾ ਕੱਲ ਨੂੰ ਵੱਡਾ ਬਣ ਸਕਦਾ ਹੈ ਔਰ ਕੱਲ ਨੂੰ ਫਿਰ ਬਾਅਦ ਦੇ ਵਿੱਚ ਇੱਕ ਬਹੁਤ ਵੱਡੇ ਵਿਵਾਦ ਦਾ ਕਾਰਨ ਬਣ ਸਕਦਾ ਹੈ, ਇਸ ਕਰਕੇ ਇਸ ਨੂੰ ਪਹਿਲਾਂ ਤੋਂ ਹੀ ਜਿਹੜਾ ਹੈ ਉਸ ਨੂੰ ਕਿਸੇ ਤਰੀਕੇ ਨਾਲ ਹੱਲ ਕਰ ਲਿਆ ਜਾਂਦਾ? ਗੁਰਬਾਣੀ ਪ੍ਰਸਾਰਨ ਦਾ ਮੈਂ ਜ਼ਿਕਰ ਕਰ ਰਿਹਾ। ਦੇਖੋ ਤੁਸੀਂ ਮੰਜੀ ਸਾਹਿਬ ਦੀਵਾਨ ਹਾਲ ਦਾ ਤੁਸੀਂ ਇੱਕ ਭਾਸ਼ਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸੁਣਿਆ ਹੋਵੇਗਾ, ਉਹ ਆਪਣੇ ਚੋਂ ਵਿਛੜ ਚੁੱਕੇ ਆ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇੱਕ ਬੜੀ ਗਹਿਰੀ ਸਾਜ਼ਿਸ਼ ਚੱਲ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਥਿਆਉਣ ਦੀ, ਤੋੜਨ ਦੀ, ਔਰ ਉਹੋ ਹੀ ਗੱਲ ਜਿਹੜੀ ਹੈ ਅੰਦੇਸ਼ਾ ਸਾਨੂੰ ਬਿਲਕੁਲ ਸੀ। ਪਰ ਇੰਨੇ ਨੀਵੇਂ ਪੱਧਰ ਤੇ ਆ ਕੇ ਜਿਸ ਤਰੀਕੇ ਨਾਲ ਵਿਧਾਨ ਸਭਾ ਦੇ ਵਿੱਚ ਇਹਨਾਂ ਦੀਆਂ ਟਿੱਪਣੀਆਂ ਨੇ, ਤੁਸੀਂ ਦੇਖੋ ਗੁਰਬਾਣੀ ਦਾ ਮਸਲਾ ਹੈ ਕਿ ਗੁਰਬਾਣੀ ਦੇ ਇਹ ਕਹਿੰਦੇ ਆ ਫ੍ਰੀ ਟੂ 에ਅਰ, ਕੌਣ ਨਹੀਂ ਚਾਹੁੰਦਾ ਫ੍ਰੀ ਟੂ 에ਅਰ ਹੋਵੇ, ਹਰ ਇੱਕ ਅਸੀਂ ਵੀ ਚਾਹੁੰਦੇ ਆ, ਲੇਕਿਨ ਉਹਦੇ ਵਿੱਚ ਕਿੰਨੇ ਪੈਸੇ, ਇਹ ਕੋਈ ਵੇਖੋ ਜਿਹੜਾ ਓਨਰ ਨੇ ਇਸ ਟਾਈਮ ਜਿਹੜੇ ਚੈਨਲ ਚਲਾ ਰਹੇ ਆ ਗੁਰਬਾਣੀ ਦਾ ਉਹ ਤੋਂ ਪ੍ਰਸਾਰਣ ਕਰ ਰਹੇ ਆ, ਉਹਨਾਂ ਇੱਕ ਸ਼ਰਤ ਰੱਖੀ ਹੈ ਕਿ 1 ਕਰੋੜ ਰੁਪਇਆ ਮੈਂ ਦਿਆਂਗਾ ਕਿ ਜੇ ਕੋਈ ਮੈਨੂੰ ਸਾਬਤ ਕਰ ਦੇਵੇ ਕਿ ਕਿਸੇ ਨੇ ਕੋਈ ਇੱਕ ਪੈਨੀ ਵੀ ਦਿੱਤੀ ਹੋਵੇ ਗੁਰਬਾਣੀ ਸੁਣਨ ਵਾਸਤੇ। ਹੁਣ ਤੁਸੀਂ ਦੇਖੋ ਵਿਜੇਪਾਲ ਜੀ, ਇੱਕ ਪੈਕੇਜ ਹੁੰਦਾ ਹੈ, ਉਸ ਪੈਕੇਜ ਦੇ ਵਿੱਚ ਬਹੁਤ ਸਾਰੇ ਟੀਵੀ ਚੈਨਲ ਜਿਹੜੇ ਆ ਉਹ ਆ ਜਾਂਦੇ ਆ, ਜਾਂ ਤਾਂ ਇਹ ਦੇਖਣ ਕਿ ਜਿਹੜਾ ਇੱਕ ਡੀਡੀ ਜਿਹੜਾ ਚੈਨਲ ਹੈ ਜਿਹੜਾ ਬਿਲਕੁਲ ਹੀ ਫ੍ਰੀ ਚੱਲਦਾ ਉਹ ਤਾਂ ਆਪਾਂ ਨੂੰ ਮਿਲ ਜਾਂਦਾ। ਇਸੇ ਤਰੀਕੇ ਦੇ ਨਾਲ ਜਿਹੜੇ ਪੈਕੇਜ ਦੇ ਵਿੱਚ ਕੋਈ ਚੀਜ਼ਾਂ ਜਿਹੜੇ ਚੈਨਲ ਆਉਂਦੇ ਨੇ ਉਸ ਨੂੰ ਇਸ ਤਰੀਕੇ ਨਾਲ ਜੋੜਨਾ ਜੀ, ਉੱਥੇ ਜੀ ਇੰਨੇ ਡਾਲਰ ਲੱਗਦੇ ਆ, ਬਾਹਰ ਤਾਂ ਤੁਸੀਂ ਕੋਈ ਵੀ ਚੈਨਲ ਤੁਸੀਂ ਲਓਗੇ ਤਾਂ ਪੈਸੇ ਨਾਲ ਹੀ ਆਵੇਗਾ, ਕਿਵੇਂ ਮੁਫਤ ਕਿਵੇਂ ਆ ਜਾਏਗਾ ਦੱਸੋ? ਇਹਨਾਂ ਕੋਲ ਕਿਹੜਾ ਜਾਦੂ ਹੈ ਜਿਹਦੇ ਨਾਲ ਇਹ ਕਹਿ ਰਹੇ ਨੇ ਕਿ ਅਸੀਂ ਫ੍ਰੀ ਟੂ 에ਅਰ ਕਰਾਂਗੇ? ਇਹੋ ਜਿਹੀਆਂ ਗੱਲਾਂ ਜੇ ਇੰਨੇ ਹੀ ਇਹਨਾਂ ਨੂੰ ਫ੍ਰੀ ਟੂ 에ਅਰ ਦੀ ਹੋਵੇ, ਆ ਜਿਹੜੀ 1-1000 ਰੁਪਏ ਦੀ ਐਡ ਜਿਹੜੀ ਕਰੋੜ ਦੀ ਐਡ ਦੇ ਰਹੇ ਆ ਟੀਵੀ ਚੈਨਲਾਂ ਨੂੰ, ਉਹ ਕਿਉਂ ਦੇ ਰਹੇ ਨੇ ਜੇ ਇਹਨਾਂ ਦੇ ਕੋਲ ਇਹੋ ਜਿਹਾ ਕੋਈ ਇਹਨਾਂ ਕੋਲ ਮੰਤਰ ਹੋਵੇ? ਇਹ ਜਿਹੜੀਆਂ ਗੱਲਾਂ ਨੇ ਸਿਰਫ ਗੁੰਮਰਾਹ ਕਰਨ ਲਈ, ਕਿਉਂਕਿ ਉਹਦੇ ਵਿੱਚੋਂ ਇਹਨਾਂ ਦੀਆਂ ਸਰਕਾਰਾਂ ਬਣੀਆਂ, ਪਾਰਟੀਆਂ ਬਣੀਆਂ, ਲੋਕ ਜਿਹੜੇ ਆ
ਉਹ ਠੀਕ ਹੈ। ਇਹਦੇ ਚ ਮੈਂ ਇਹ ਵੀ ਮੰਨਣ ਨੂੰ ਤਿਆਰ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਚਾਹੇ ਸ਼੍ਰੋਮਣੀ ਅਕਾਲੀ ਦਲ, ਚਾਹੇ ਬੀਜੇਪੀ, ਚਾਹੇ ਇੱਥੇ ਕਾਂਗਰਸ ਸੀ, ਕੁਝ ਗਲਤੀਆਂ ਹੋਈਆਂ ਸਾਡੇ ਕੋਲ, ਜਿਸ ਕਰਕੇ ਇਹਨਾਂ ਨੂੰ ਇੱਕ ਮੌਕਾ ਮਿਲ ਗਿਆ। ਉਹ ਮੌਕਾ ਸੰਭਾਲਣ, ਉਸ ਮੌਕੇ ਦਾ ਦੁਰਪ੍ਰਯੋਗ ਨਾ ਕਰਨ, ਉਸ ਨੂੰ ਇੱਕ ਚੰਗੇ ਢੰਗ ਦੇ ਨਾਲ ਜਿਸ ਮਕਸਦ ਲਈ ਬਣਿਆ। ਪੰਜਾਬ ਦੇ ਵਿੱਚ ਕਹਿੰਦੇ ਸੀ ਨਸ਼ਾ ਖਤਮ ਕਰ ਦਿਆਂਗੇ, ਇਹ ਗਰੰਟੀ ਦੀ ਗੱਲ ਕਰਦੇ ਆ, ਤੇ ਘਰ ਘਰ ਦੇ ਵਿੱਚ ਨਸ਼ਾ ਵੜਿਆ ਪਿਆ। ਘਰ ਘਰ ਦੇ ਵਿੱਚ ਜਵਾਨ ਪੁੱਤ ਜਿਹੜੇ ਉਹਨਾਂ ਦੇ 70 ਵੇਚ ਰਹੇ ਆ, ਘਰ ਘਰ ਦੇ ਵਿੱਚ ਲੜਾਈਆਂ ਹੋ ਰਹੀਆਂ ਨੇ, ਉਹਦੇ ਪਿੱਛੇ ਕਾਰਨ ਨਸ਼ੇ ਆ। ਬੀਜੇਪੀ ਸੋਢੀ ਸਾਹਿਬ ਕਾਫੀ ਦੇਰ ਤੋਂ ਵੇਟ ਕਰ ਰਹੇ ਨੇ। ਮੈਂ ਸੋਢੀ ਸਾਹਿਬ ਤੁਹਾਡਾ ਇੱਕ ਕਮੈਂਟ ਚਾਹੂੰਗਾ, ਫਿਰ ਆਲੂਵਾਲੀਆ ਜੀ ਕੋਲੇ ਕਾਫੀ ਸਾਰੇ ਸਵਾਲ ਇਕੱਠੇ ਹੋ ਗਏ, ਇਕੱਠੇ ਜਵਾਬ ਲੈਣੇ ਆ। ਮੈਂ ਵਿਜੇਪਾਲ ਜੀ ਦੇਖੋ, ਸਾਰੇ ਜਿਹੜੇ ਬੁਲਾਰੇ ਨੇ, ਸਾਰੇ ਬੁਲਾਰਿਆਂ ਨੇ ਆਪੋ ਆਪਣੀ ਰਾਏ ਵੀ ਰੱਖੀ ਹੈ, ਔਰ ਜਿਸ ਤਰ੍ਹਾਂ ਖੜਿਆਲ ਸਾਹਿਬ ਨੇ ਵੀ ਕਾਨੂੰਨੀ ਪੱਖ ਤੋਂ ਗੱਲ ਕੀਤੀ ਹੈ। ਤੁਸੀਂ ਦੇਖ ਰਹੇ ਹੋਵੋਗੇ ਕਿ ਜਦੋਂ ਇਹ ਮਤਾ ਵਿਧਾਨ ਸਭਾ ਦੇ ਵਿੱਚ ਆਇਆ ਸੀ ਤੇ ਇਹਨਾਂ ਨੇ ਪਾਸ ਕੀਤਾ ਹੈ, ਤੇ ਮੈਂ ਸਮਝਦਾ ਕਿ ਸਾਡੇ ਇੰਡੀਆ ਦੇ ਬੜੇ ਸੁਪਰੀਮ ਕੋਰਟ ਦੇ ਤਕੜੇ ਵਕੀਲ ਨੇ ਫੂਲਕਾ ਸਾਹਿਬ, ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਅਸੀਂ ਸਾਰੇ ਚਾਹੁੰਦੇ ਆ ਕਿ ਗੁਰਬਾਣੀ ਦਾ ਪ੍ਰਸਾਰਨ ਹੈ ਜਿਹੜਾ ਫ੍ਰੀ ਹੋਵੇ, ਲੇਕਿਨ ਜੋ ਇਹ ਪੰਜਾਬ ਸਰਕਾਰ ਢੰਗ ਵਰਤ ਰਹੀ ਹੈ ਜਾਂ ਤਰੀਕਾ ਵਰਤ ਰਹੀ ਹੈ ਉਹ ਗਲਤ ਹੈ। ਖੜਿਆਲ ਸਾਹਿਬ ਨੇ ਵੀ ਸਾਰੀ ਗੱਲ ਦੱਸੀ ਆ, ਅਸੀਂ ਵੀ ਸਾਰੀ ਗੱਲ ਜਾਣਦੇ ਆ। ਮੈਂ ਸਮਝਦਾ ਕਿ ਜਦੋਂ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਪਤਾ ਹੈ ਕਿ ਜੋ ਐਗਰੀਮੈਂਟ ਹੋਇਆ ਹੈ ਜਾਂ ਅਸੀਂ ਇਹ ਸ਼੍ਰੋਮਣੀ ਕਮੇਟੀ ਦੀ ਸਹਿਮਤੀ ਤੋਂ ਬਿਨਾਂ ਨਹੀਂ ਕਰ ਸਕਦੇ, ਤੇ ਮੈਂ ਸਮਝਦਾ ਕਿ ਪੰਜਾਬ ਸਰਕਾਰ ਇੱਕ ਟਕਰਾਓ ਪੈਦਾ ਕਰ ਰਹੀ ਹੈ। ਇਹ ਜਿਹੜਾ ਟਕਰਾਓ ਹੈ, ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਪੰਜਾਬ ਤਾਂ ਪਹਿਲਾਂ ਹੀ ਧਰਨਿਆਂ ਦਾ ਸੂਬਾ ਬਣਿਆ ਪਿਆ, ਪੰਜਾਬ ਤਾਂ ਪਹਿਲਾਂ ਹੀ ਮੋਰਚਿਆਂ ਦਾ ਸੂਬਾ ਬਣਿਆ ਪਿਆ। ਹੁਣ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਤਾ ਪਾਸ ਕਰਕੇ ਕਹਿੰਦੀ ਹੈ ਕਿ ਅਸੀਂ ਮੋਰਚੇ ਲਾਵਾਂਗੇ, ਤੇ ਮੈਂ ਸਮਝਦਾ ਕਿ ਮੋਰਚਿਆਂ ਨਾਲ ਪੰਜਾਬ ਦਾ ਭਲਾ ਨਹੀਂ ਹੋਣਾ। ਠੀਕ ਹੈ ਕਿ ਜਿਹੜਾ ਇਹ ਧਾਰਮਿਕ ਮਾਮਲਾ, ਧਾਰਮਿਕ ਇਸ਼ੂ ਹੈ, ਇਹਦੀ ਜਿਹੜੀ ਗਵਰਨਰ ਸਾਹਿਬ ਨੇ ਕਾਨੂੰਨ ਪੱਖ ਤੋਂ ਕਾਨੂੰਨੀ ਮਾਰਾਂ ਨਾਲ ਲੈ ਕੇ ਉਹਨਾਂ ਨੇ ਸਾਰੀ ਵਿਵਸਥਾ ਨੂੰ ਜਿਹੜਾ ਸਿਰੇ ਚੜਾਉਣਾ ਹੈ, ਔਰ ਉਹਨਾਂ ਨੇ ਕਹੀ ਦਿੱਤਾ, ਤੁਸੀਂ ਵੀ ਗੱਲ ਕਹੀ ਹੈ ਕਿ ਜੇ ਇਹ ਕਰ ਸਕਦੇ ਹੋਏ ਮੈਂ ਸੰਵਿਧਾਨ ਦੇ ਮੁਤਾਬਕ ਕਦੇ ਵੀ ਇਹ ਦਸਤਖਤ ਕਰਨ ਤੋਂ ਨਹੀਂ ਰੋਕੂੰਗਾ। ਲੇਕਿਨ ਮੈਂ ਪੀਰ ਮੁਹੰਮਦ ਜੀ ਨੂੰ ਇੱਕ ਗੱਲ ਜ਼ਰੂਰ ਕਹੂੰਗਾ ਕਿ ਕੇਂਦਰ ਸਰਕਾਰ ਪਹਿਲਾਂ ਵੀ ਕੰਮ ਕਰ ਰਹੀ ਹੈ, ਹੁਣ ਵੀ ਕੇਂਦਰ ਸਰਕਾਰ ਕਦੇ ਵੀ ਸੰਵਿਧਾਨ ਦਾਇਰੇ ਤੋਂ ਬਾਅਦ ਜਾ ਕੇ ਕਿਸੇ ਵੀ ਮਾਮਲੇ ਦੇ ਉੱਤੇ ਕੋਈ ਅਜਿਹੀ ਗੱਲ ਨਹੀਂ ਕਰੂਗੀ ਜੋ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਹੋਵੇ। ਠੀਕ ਹੈ ਆਲੂਵਾਲੀਆ ਸਾਹਿਬ, ਹੁਣ ਤੁਸੀਂ ਆਪਦੀ ਗੱਲ ਕਹਿ ਸਕਦੇ ਹੋ। ਥੋੜਾ ਜਿਹਾ ਸ਼ਾਰਟ ਰੱਖਿਓ, ਆਪਣੇ ਕੋਲੇ ਸਮਾਂ ਬਹੁਤ ਬੜਾ ਥੋੜਾ ਬਚਿਆ। ਦੇਖੋ, ਸਭ ਤੋਂ ਪਹਿਲੀ ਗੱਲ ਹੈ ਜੀ ਕਿ ਬੀਜੇਪੀ ਤੇ ਕਾਂਗਰਸ ਇਸ ਗੱਲ ਨੂੰ ਕਿਵੇਂ ਕਹਿ ਸਕਦੀ ਹੈ ਜਦ ਨਾਲ ਦੇ ਸਰਕਾਰ ਇਹਨਾਂ ਦੀ ਸਟੇਟ 'ਚ ਰਹੀ ਹੈ। ਉਹਦੇ ਬਾਰੇ ਕੀ ਕਹਿੰਦੇ? ਇਹਨਾਂ ਨੇ ਐਸਜੀਪੀਸੀ ਤੋਂ ਰਾਏ ਲਿੱਤੀ, ਪੁੱਛੋ ਇਹਨਾਂ ਨੂੰ, ਇਹ ਦੋਨੋਂ ਬੈਠੇ ਨੇ, ਇਹਨਾਂ ਨੇ ਰਾਏ ਕਿਉਂ ਨਹੀਂ ਲਿੱਤੀ? ਤਦ ਕਿਉਂ ਨਹੀਂ ਇਹਨਾਂ ਕੋਲ ਜਵਾਬ ਆਇਆ? ਦੂਜੀ ਗੱਲ ਸੁਣ ਲਓ, ਜਦ ਤੁਹਾਡੀ ਵਾਰੀ ਆਏਗੀ ਤਦ ਆਇਓ। ਹੁਣ ਟਿਕ ਜਾਓ ਨਾ, ਤੁਹਾਡੀ ਵਾਰੀ ਆਏਗੀ ਫਿਰ ਆਇਓ, ਫਿਰ ਕਹੋਗੇ ਮਾਮਲੇ ਮੰਨਦੇ। ਉਹ ਟਿਕ ਜਾਓ, ਉਹ ਦੋਨੋਂ ਤੁਹਾਡੀ ਵਾਰੀ 'ਚ ਨਹੀਂ ਬੋਲਦੇ। ਮੈਂ ਆਈ ਤੇ ਰੋਲਾ, ਤੁਸੀਂ ਦੋਨੋਂ ਦਾ ਮਿਲੇ ਹੋ, ਪੰਗਾ ਪੂਰਾ ਦੇਸ਼ ਨੂੰ ਤੁਸੀਂ ਕਮਲਾ ਕੀਤਾ, ਦੋਨੋਂ ਦਾ ਮਿਲੇ ਹੋ ਆਪਸ 'ਚ, ਆਈ ਤੇ ਰੋਲਾ। ਤੀਜੀ ਗੱਲ ਆ ਜਾਏ, ਸ਼੍ਰੋਮਣੀ ਅਕਾਲੀ ਦਲ ਬਾਰ-ਬਾਰ ਇੱਕੋ ਗੱਲ ਕਹਿ ਰਹੀ ਹੈ ਕਿ ਅਸੀਂ ਜੀ ਧਰਨੇ ਲਾਵਾਂਗੇ, ਅਸੀਂ ਜੀ ਇਹ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਨੇ ਲਾਸਟ ਧਰਨਾ ਕਦ ਲਾਇਆ ਸੀ? ਤਦ ਇਹ ਸ਼੍ਰੋਮਣੀ ਅਕਾਲੀ ਦਲ ਸੀਗਾ, ਹੁਣ ਇਹ ਸ਼੍ਰੋਮਣੀ ਖਾਲੀ ਦਲ ਹੈ। ਹੁਣ ਇਹ ਧਰਨੇ ਲਾਈ ਜਾਂਦੇ, ਇਹਨਾਂ ਨਾਲ ਕੋਈ ਹੈ ਤਾਂ ਹੈ ਨਹੀਂ। ਇਹਨਾਂ ਦੇ ਐਮਐਲਏ ਦੱਸਦੇ ਨੇ ਕਿੰਨੇ ਐਮਐਲਏ ਨਾਲ ਇਹ ਧਰਨਾ ਲਾਵਾਂਗੇ, ਧਰਨਾ ਲਾਵਾਂਗੇ, ਏਦਾਂ ਕਰਾਂਗੇ। ਉਹ ਤੁਹਾਡੇ ਨਾਲ ਹੈ ਹੀ ਕੋਈ ਨਹੀਂ, ਤੁਸੀਂ ਕਹੋ ਧਰਨਾ ਲਾਓਗੇ ਜੀ। ਜੇ ਤੁਸੀਂ ਧਰਨਾ ਲਾਣਾ ਹੁੰਦਾ ਹੁਣ ਤੱਕ ਲਾ ਲੈਂਦੇ ਹੁੰਦੇ, ਐ ਲਲਕਾਰੇ ਨਾ ਮਾਰੀ ਜਾਓ। ਹੁਣ ਸੁਣੋ ਅਗਲੀ ਗੱਲ, ਕੋਈ ਗੱਲ ਨਹੀਂ, ਤੁਸੀਂ ਕਰਕੇ ਦੇਖੋ। ਆਲੂਵਾਲੀਆ ਸਾਹਿਬ, ਤੁਹਾਨੂੰ ਨਹੀਂ ਲੱਗਦਾ? ਚਲੋ ਮੈਂ ਇੱਕ ਦੂਜਾ ਸਵਾਲ ਪੁੱਛਦਾ, ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਬੈਠੇ ਬਿਠਾਏ ਅਕਾਲੀ ਦਲ ਨੂੰ ਇੱਕ ਮੁੱਦਾ ਦੇ ਦਿੱਤਾ ਹੈ? ਜੇ ਮੈਂ ਉਹਨੂੰ ਪੋਲੀਟੀਕਲੀ ਬਰਾੜ ਸਾਹਿਬ, ਮੈਂ ਤੇ ਡਿਬੇਟ ਸ਼ੁਰੂ ਕਰਦੇ ਹੀ ਕਿਹਾ ਸੀ ਜੇ ਅਸੀਂ ਇਹੋ ਜਿਹੀਆਂ ਪੋਲੀਟੀਕਲ ਪਾਰਟੀਆਂ ਹੁੰਦੇ ਅਸੀਂ ਆਰਾਮ ਨਾਲ ਬਹਿੰਦੇ ਮਹਿਲਾਂ 'ਚ, ਸਾਨੂੰ ਕੀ ਲੋੜ ਸੀਗੀ ਇਹਨਾਂ ਨਾਲ ਪੰਗਾ ਲੈਣ ਦੀ? ਪਰ ਸਰਦਾਰ ਭਗਵੰਤ ਸਿੰਘ ਮਾਨ ਕਹਿੰਦਾ ਜਿਹੜੀ ਵੀ ਲੋਕਾਂ ਦੀ ਡਿਮਾਂਡ ਹੋਏਗੀ ਮੈਂ ਪੂਰੀ ਕਰਕੇ ਰਹਾਂਗਾ, ਮੈਂ ਲੜਾਂਗਾ ਲੋਕਾਂ ਲਈ। ਉਹਨਾਂ ਨੂੰ ਗਾਲਾਂ ਖਾਣ ਦੀ ਕੀ ਲੋੜ ਹੈ? ਇੱਕ ਗੱਲ ਦੱਸੋ, ਇਹ ਸਾਰੀ ਪਾਰਟੀਆਂ, ਇਹਨਾਂ ਨੇ ਇੱਕ ਸੈਸ਼ਨ ਬੁਲਾਇਆ ਐਸਜੀਪੀਸੀ ਨੇ, ਉਹਦੇ ਗਾਲਾਂ ਕੱਢੀ ਗਏ ਸਰਦਾਰ ਭਗਵੰਤ ਸਿੰਘ ਮਾਨ ਨੂੰ। ਇਹ ਬੰਦੇ ਤਾਂ ਇੰਨੇ ਵੀ ਡੈਮੋਕ੍ਰੈਟਿਕ ਨਹੀਂ ਕਿ ਜਿਹੜਾ ਬੰਦਾ ਬੋਲਦਾ ਸੀ ਉਸ ਤੋਂ ਕੈਮਰਾ ਹਟਾ ਦਿੰਦੇ ਸੀ, ਉਸ ਤੋਂ ਮਾਈਕ ਹਟਾ ਦਿੰਦੇ। ਯਾਰ ਤੁਸੀਂ ਕਮਾਲ ਹੋ, ਤੁਸੀਂ ਐਸਜੀਪੀਸੀ ਹੋ, ਤੁਸੀਂ ਕਹਿੰਦੇ ਹੋ ਅਸੀਂ ਪੰਥ ਆ। ਕਾਹਦੇ ਪੰਥ ਹੋ? ਤੁਸੀਂ ਤਾਂ ਆਪਣੇ ਇਲੈਕਟਿਡ ਬੰਦਿਆਂ ਦੀ ਗੱਲ ਨਹੀਂ ਸੁਣਨ ਦਿੰਦੇ, ਸਾਡੇ ਵਰਗੇ ਦੀ ਕਿੱਥੇ ਬਾਤ ਸੁਣਦੇ? ਇਸ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਸਟੈਪ ਚੱਕਿਆ। ਹੁਣ ਤੁਹਾਨੂੰ ਤਕਲੀਫ ਕੀ ਹੈ? ਤਕਲੀਫ ਪੀਟੀਸੀ ਦੀ ਹੈ ਕਿ ਫ੍ਰੀ ਟੂ ਏਅਰ ਦੀ ਹੈ? ਪੀਰ ਮੁਹੰਮਦ ਸਾਹਿਬ ਕਹਿੰਦੇ ਫ੍ਰੀ ਟੂ ਏਅਰ ਹੋਣੀ ਚਾਹੀਦੀ ਹੈ। ਅਗਰ ਇਹ ਗੱਲ ਮੰਨਦੇ ਨੇ ਤੇ ਤੁਸੀਂ ਹੁਣ ਤੱਕ ਕੀਤੀ ਕਿਉਂ ਨਹੀਂ ਜੀ? ਅਸੀਂ ਤੁਹਾਨੂੰ ਇਹ ਕਹਿ ਰਹੇ, ਇਹ ਕਹਿੰਦੇ ਚੈਨਲ ਇੱਕ ਹੈ, ਜਿਸ ਚੈਨਲ ਦੀ TRP ਗੁਰਬਾਣੀ ਹੋਏ,
ਜਿਸ ਚੈਨਲ ਗੁਰਬਾਨੀ ਦੇ ਸਿਰ ਤੇ ਚੱਲਦਾ ਹੋਏ ਦੇਸ਼ ਵਿਦੇਸ਼ 'ਚ, ਨਹੀਂ ਤਾਂ ਚੈਨਲ ਨੂੰ ਤੁਸੀਂ ਇਦਾਂ ਗੁਰਬਾਨੀ ਸਾਰੇ ਚੈਨਲ ਤੇ ਆ ਜਾਏ। ਅਗਰ ਪੀਟੀਸੀ ਬੰਦ ਨਾ ਹੋਇਆ, ਅਗਰ ਪੀਟੀਸੀ ਬੰਦ ਨਾ ਹੋਇਆ ਤੇ ਮੈਨੂੰ ਜੋ ਸਜ਼ਾ ਕਹੋਗੇ ਮੈਂ ਪੀਟੀਸੀ ਨੂੰ ਛੱਡੋ, ਤੁਸੀਂ ਪੀਟੀਸੀ ਨੂੰ ਛੱਡੋ। ਆਪਣਾ ਪੀਰ ਮੁਹੰਮਦ ਜੀ, ਮੈਂ ਚਲੋ ਉਸ ਦਿਨ ਇਜਲਾਸ ਬੁਲਾਇਆ ਗਿਆ, ਬਹੁਤ ਗੱਲਾਂ ਉੱਥੇ ਚਰਚਾ ਹੋਈਆਂ। ਸੀਐਮ ਤਾਂ ਕਹਿੰਦੇ ਮੈਨੂੰ ਗਾਲਾਂ ਕੱਢਣ ਤੋਂ ਇਲਾਵਾ ਕੁਝ ਕੀਤਾ ਨਹੀਂ। ਬਹੁਤ ਜਿਹੜੇ ਨੁਮਾਇੰਦੇ ਸੀ, ਜਿਹੜੇ ਮੈਂਬਰ ਸੀ, ਉਹਨਾਂ ਨੇ ਆਪਣੇ ਵਿਚਾਰ ਰੱਖੇ। ਕੀ ਗੁਰਬਾਣੀ ਬਾਰੇ ਕੋਈ ਫਾਈਨਲ ਫੈਸਲਾ ਹੋਇਆ? ਕਰਨਾ ਕੀ ਹੈ, ਕਿਉਂਕਿ 23 ਜੁਲਾਈ ਬਹੁਤ ਨੇੜੇ ਆ ਰਹੀ ਹੈ। ਬਿਲਕੁਲ ਹੋਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਕਾਇਦਾ ਇਸ ਦੇ ਉੱਤੇ ਆਪਣਾ ਸਾਰਾ, ਇਹ ਅੱਜ ਦਾ ਨਹੀਂਗਾ, ਬੜੇ ਲੰਮੇ ਸਮੇਂ ਤੋਂ ਵਰਕ ਚੱਲ ਰਿਹਾ। ਪਰ ਇਹ ਦੇਖੋ ਇਹਨਾਂ ਦਾ ਢੰਗ ਤਰੀਕਾ ਗਲਤ ਹੈ। ਇਹੋ ਹੀ ਗੱਲ ਜਿਹੜੀ ਹੈ ਜੇ ਮਿਲ ਬੈਠ ਕੇ ਕੀਤੀ ਜਾਂਦੀ ਤੇ ਇਹਨਾਂ ਨੂੰ ਹਰ ਚੀਜ਼ ਜਿਹੜੀ ਇਹਨਾਂ ਦੇ ਸਾਹਮਣੇ ਰੱਖ ਦਿੱਤੀ। ਤੁਹਾਡੇ ਨਾਲ ਕਿਵੇਂ ਮਿਲੀ ਹੈ ਜੀ? ਕਿਵੇਂ ਮਿਲੀ ਹੈ ਤੁਹਾਡੇ ਨਾਲ? ਤੁਸੀਂ ਦੱਸੋ ਨਾ ਜੀ। ਗੱਲ ਕਰ ਰਹੇ ਕਿਵੇਂ ਮਿਲੀ ਹੈ? ਕੀ ਗੱਲ ਨਹੀਂ ਬਰਾੜ ਸਾਹਿਬ, ਕਿਵੇਂ ਮਿਲੀ ਇਹਨਾਂ ਨਾਲ? ਆਲੂ ਵਾਲੀਆ ਸਾਹਿਬ ਜਵਾਬ ਦੇ। ਕਿਵੇਂ ਮਿਲਾਂਗੇ ਇਹਨਾਂ ਨੂੰ? ਇਹਨਾਂ ਨਾਲ ਕਿਵੇਂ ਮਿਲਾਂਗੇ? ਦੇਖੋ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਆ, ਉਹਨਾਂ ਦਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਕੀ ਆਦੇਸ਼ ਜਾਰੀ ਕੀਤਾ? ਉਹਨਾਂ ਨੇ ਤੁਹਾਨੂੰ ਉਦੋਂ ਤੁਸੀਂ ਤੁਹਾਡੇ ਕੰਨਾਂ ਦੇ ਵਿੱਚ ਕੋਈ ਰੂਹ ਆ ਗਈ ਜੀ? ਤੁਸੀਂ ਉਹ ਸੁਣਦੇ ਧਿਆਨ ਨਾਲ। ਆਪਣਾ ਚੈਨਲ ਬਣਾਵੇ। ਉਹਨਾਂ ਨੇ ਇਹ ਗੱਲ ਕਹੀ, ਨਾਲ ਉਹਨਾਂ ਨੇ ਇਹਨਾਂ ਨੂੰ ਇਹ ਵੀ ਗੱਲ ਕਹੀ ਕਿ ਇਹ ਮਿਲ ਬੈਠ ਕੇ ਜਿਹੜੀ ਪੰਜਾਬ ਸਰਕਾਰ ਹੈ, ਇਹ ਜੋ ਕਹਿ ਰਹੇ ਨੇ ਕਿ ਅਸੀਂ ਆਹ ਕਰਾਂਗੇ ਉਹ ਕਰਾਂਗੇ, ਇਹ ਜੇ ਬਹੁਤ ਸਾਰੇ ਮਸਲਿਆਂ ਦੇ ਉੱਤੇ ਉਹ ਜਿਹੜੀ ਪਾਰਕਿੰਗ ਹੈ ਉਹ ਤਾਂ ਪੰਜਾਬ ਸਰਕਾਰ ਫ੍ਰੀ ਕਰ ਨਹੀਂ ਸਕੀ। ਜਿਹੜੀਆਂ ਉੱਥੇ ਸਕਰੀਨਾਂ ਪਿਛਲੀ ਸਰਕਾਰ ਨੇ ਲਾਈਆਂ ਉਹਦੇ ਉੱਤੇ ਐਡ ਚਲਾ ਰਹੇ ਨੇ। ਇਹਨਾਂ ਨੂੰ ਤਾਂ ਇੰਨੀ ਭੁੱਖ ਹੋ ਗਈ ਕਿ ਜਿਹੜੀ ਸਾਰਾਗੜੀ ਦੇ ਸਾਹਮਣੇ ਜਿਹੜੀਆਂ ਸਕਰੀਨਾਂ ਲਾਈਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ, ਜਿਹੜੀਆਂ ਜਿੱਥੋਂ ਗੁਰਬਾਣੀ ਸੁਣ ਸਕਣ, ਜਿਹੜੀਆਂ ਉਹ ਉੱਥੇ ਇਹਨਾਂ ਨੇ ਆਪਣੀਆਂ ਐਡਾਂ ਔਰ ਦੂਸਰੀਆਂ ਸਟੇਟਾਂ ਦੀਆਂ ਐਡਾਂ ਲਾ ਕੇ ਉੱਥੇ ਦਿਖਾਉਂਦੇ ਨੇ। ਇਸ ਕਰਕੇ ਇਹ ਜਿਹੜਾ ਮਸਲਾ ਹੈ ਇਹ ਤਾਂ ਮਸਲਾ ਹੈ ਹੀ ਨਹੀਂਗਾ ਫ੍ਰੀ ਟੂ 에ਅਰ ਦਾ। ਇਹਨਾਂ ਦਾ ਤਾਂ ਮਸਲਾ ਹੀ ਕੁਝ ਹੋਰ ਹੈ ਕਿ ਇੱਕ ਕਿਸੇ ਵੀ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹਨਾਂ ਨੇ ਦੇਖਿਆ ਹਰਿਆਣੇ ਦੇ ਵਿੱਚ ਹੋਇਆ। ਹੁਣ ਅਸੀਂ ਅਗਲਾ ਕਦਮ ਅਸੀਂ ਇਹ ਪੁੱਟ ਲਈਏ, ਇੱਥੇ ਕੋਈ ਬੋਰਡ ਬਣਾ ਲਾਂਗੇ। ਇਸ ਤੋਂ ਪਹਿਲਾਂ ਬੜੀਆਂ ਕੋਸ਼ਿਸ਼ਾਂ ਇਹੋ ਜਿਹੀਆਂ ਹੋਈਆਂ ਨੇ, ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕੀਤੀਆਂ, ਪਰ ਮੂੰਹ ਦੀ ਖਾਣੀ ਪਈ ਹੈ। ਮੈਂ ਖੜਿਆਲ ਸਾਹਿਬ ਜੀ ਖੜਿਆਲ ਸਾਹਿਬ। ਧੰਨਵਾਦ ਬਰਾੜ ਸਾਹਿਬ। ਮੇਰੀ ਇੱਕ ਬੇਨਤੀ ਹੈ, ਕਾਈਂਡਲੀ ਮੈਨੂੰ ਇੰਟਰਪਟ ਨਾ ਕਰਨਾ ਆਲੂ ਵਾਲੀਆ ਸਾਹਿਬ। ਅਗਲੀ ਵਾਰ ਅਸੀਂ ਵੀ ਸਟੂਡੀਓ ਬੈਠਾ ਹੋਵਾਂਗੇ, ਸਾਨੂੰ ਵੀ ਨਹੀਂ ਕਰਨ ਦੀ ਲੋੜ ਪਊਗੀ। ਦੂਜੀ ਗੱਲ ਦੇਖੋ, ਆਲਰੇਡੀ ਜਿਹੜੀ ਟੈਲੀਕਾਸਟ ਹੈ ਗੁਰਬਾਣੀ ਦੀ ਉਹ ਫ੍ਰੀ ਹੈ, ਇਹ ਚੀਜ਼ ਸਮਝ ਲਈਏ। ਅਸੀਂ ਕਹਿੰਦੇ ਆ ਕਿ ਇੱਕ ਚੈਨਲ ਕੋਲੇ ਐਕਸਕਲੂਸਿਵ ਰਾਈਟ ਨਹੀਂ ਹੋਣੀ ਚਾਹੀਦੀ, ਇਹ ਆਪਾਂ ਸਪਸ਼ਟ ਕਰ ਦਈਏ। ਲੇਕਿਨ ਜਿਹੜਾ ਪ੍ਰੋਸੀਜਰ ਹੈ ਬਰਾੜ ਸਾਹਿਬ, ਜਿਹੜੀ ਪ੍ਰੋਸੈਸ ਹੈ ਉਹ ਕਾਨੂੰਨ ਦੇ ਮੁਤਾਬਿਕ ਫੋਲੋ ਹੋਣੀ ਚਾਹੀਦੀ ਹੈ, ਉਹਨੂੰ ਵਾਇਲੇਟ ਨਹੀਂ ਕਰਨਾ ਚਾਹੀਦਾ। ਮੈਂ ਐਗਰੀਮੈਂਟ ਦੱਸਿਆ ਤੁਹਾਨੂੰ, ਇਹਨਾਂ ਨੇ ਹਰਿਆਣੇ ਦੀ ਗੱਲ ਕਰਤੀ। ਹਰਿਆਣੇ ਦਾ ਜਿਹੜਾ ਐਕਟ ਹੈ ਉਹ ਸਟੇਟ ਐਕਟ ਹੈ। ਜਿਹੜਾ ਸਿੱਖ ਗੁਰਦੁਆਰਾ ਐਕਟ 1925 ਆ ਉਹ ਇੰਟਰ ਸਟੇਟ ਐਕਟ ਹੈ। ਹਰਿਆਣੇ ਦੇ ਐਕਟ ਦੇ ਵਿੱਚ ਸਟੇਟ ਨੇ ਕਾਨੂੰਨ ਬਣਾਇਆ ਹੈ। ਸਿੱਖ ਗੁਰਦੁਆਰਾ ਐਕਟ ਦੇ ਵਿੱਚ ਜੇ ਸੋਧ ਹੋ ਸਕਦੀ ਹੈ ਤਾਂ ਉਹ ਪਾਰਲੀਮੈਂਟ ਕਰ ਸਕਦਾ, ਬਿਕੋਜ਼ ਇੰਟਰ ਸਟੇਟ ਐਕਟ ਹੈ। ਕੀ ਪੰਜਾਬ ਸਰਕਾਰ ਵੱਖਰਾ ਐਕਟ ਬਣਾ ਸਕਦੀ ਹੈ? ਲਾਸਟ ਕੀ ਪੰਜਾਬ ਸਰਕਾਰ ਵੱਖਰਾ ਐਕਟ ਬਣਾ ਸਕਦੀ ਹੈ? ਦੇਖੋ ਟੈਕਨੀਕਲੀ ਜੇ ਆਪਾਂ ਚੱਲੀਏ ਦੇ ਕੈਨ ਮੇਕ ਦੈਟ, ਬਟ ਉਹਦੇ ਵਿੱਚ ਵੀ ਇਹਨਾਂ ਨੂੰ ਐਸਜੀਪੀਸੀ ਤੋਂ ਪ੍ਰਾਇਰ ਅਪਰੂਵਲ ਲੈਣਾ ਪਊਗਾ। ਜੇ ਸਿੱਖ ਗੁਰਦੁਆਰਾ ਐਕਟ 1925 ਇਨਫਲੂਐਂਸ ਹੋਊਗਾ, ਇੰਪੈਕਟ ਹੋਊਗਾ ਉਸ ਕਰਕੇ। ਦੂਜੀ ਗੱਲ ਇਹ ਹੈ ਕਿ ਦੇਖੋ ਜਦੋਂ ਡਿਬੇਟ ਡਿਸਕਸ਼ਨ ਦਾ ਟਾਈਮ ਸੀਗਾ ਵਿਧਾਨ ਸਭਾ ਦੇ ਵਿੱਚ, ਇਹਨਾਂ ਨੇ ਇੱਕ ਤੋਂ ਬਾਅਦ ਇੱਕ ਬਿੱਲ ਪਾਸ ਕਰਤੇ। ਉਸ ਦਿਨ 2 ਦਿਨ ਦਾ ਸੈਸ਼ਨ ਸੀਗਾ, ਇੱਕ ਦਿਨ ਕੰਡੋਲੈਂਸਿਸ ਹੋਏ, ਅਗਲੇ ਦਿਨ ਬਿੱਲ ਤੇ ਬਿੱਲ ਪਾਸ ਹੋਏ, ਕੋਈ ਡਿਬੇਟ ਡਿਸਕਸ਼ਨ ਹੀ ਨਹੀਂ ਹੋਈ, ਕੋਈ ਸਟੇਕ ਹੋਲਡਰ ਨਾਲ ਕੰਸਲਟੇਸ਼ਨ। ਜਿਹੜਾ ਖੜਿਆਲ ਸਾਹਿਬ, ਕੀ ਜਿਹੜਾ ਸਿੱਖ ਗੁਰਦੁਆਰਾ ਅਮੈਂਡਮੈਂਟ ਐਕਟ 2023 ਹੈ, ਇਸ ਨੂੰ ਨਵਾਂ ਐਕਟ ਮੰਨ ਸਕਦੇ? ਨਹੀਂ ਦੇਖੋ, ਆਪਣਾ ਇਹ ਸੈਪਰੇਟ, ਕਿਉਂਕਿ ਸਾਰਾ ਕੁਝ ਪੁਰਾਣਾ ਸੇਮ ਰੱਖਿਆ ਗਿਆ ਔਰ ਉਸ ਦੇ ਵਿੱਚ ਇੱਕ ਨਵੀਂ ਮੱਦ ਜੋੜ ਦਿੱਤੀ ਗਈ। ਨਹੀਂ ਬਰਾੜ ਸਾਹਿਬ, ਐ ਨਾ ਦੇਖੋ, ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨੂੰ ਅਪਰੂਵਲ ਲੈਣ ਦੀ ਲੋੜ ਸੀ। ਅਪਰੂਵਲ ਇਹਨਾਂ ਨੂੰ ਵੀ ਪਤਾ ਕਿ ਇਹਨਾਂ ਨੇ ਲਈ ਨਹੀਂ। ਉਹ ਅਗਰੀਮੈਂਟ ਹੋਇਆ ਪ੍ਰਾਈਮ ਮਿਨਿਸਟਰ ਦਾ ਅਗਰੀਮੈਂਟ ਹੈ, ਕੋਈ ਆਪਣਾ ਐਮਐਲਏ ਦਾ ਅਗਰੀਮੈਂਟ ਤਾਂ ਉਹ ਹੈ ਨਹੀਂ। ਪ੍ਰਾਈਮ ਮਿਨਿਸਟਰ ਪਲੱਸ ਮਾਸਟਰ ਤਾਰਾ ਸਿੰਘ ਜੀ, ਸੋ ਉਹਨੂੰ ਫੋਲੋ ਕਰਨਾ ਹੀ ਪੈਣਾ ਹੈ। ਸੁਪਰੀਮ ਕੋਰਟ ਆਮ ਆਦਮੀ ਪਾਰਟੀ ਕਿਉਂ ਨਹੀਂ ਕਹਿ ਰਹੀ ਜਾਵਾਂਗੇ, ਕਿਉਂਕਿ ਜੇ ਚਲੇ ਗਏ ਸੁਪਰੀਮ ਕੋਰਟ ਨੇ ਵੀ ਕਹਿਣਾ ਵੀ ਤੁਸੀਂ ਅਗਰੀਮੈਂਟ ਨੂੰ ਵਾਇਲੇਟ ਕਰ ਰਹੇ ਹੋ। ਜਿਵੇਂ ਪਹਿਲਾਂ ਉੱਥੇ ਆਪਣੀਆਂ ਬਾਹਾਂ ਬਣਵਾ ਕੇ ਆਏ ਸੀਗੇ, ਐਤਕੀ ਫੇਰ ਬਣਵਾ ਕੇ ਆਉਣਗੇ ਜੇ ਜਾਣ ਦੀ ਸੋਚਣਗੇ। ਦੂਜੀ ਗੱਲ ਇਹ ਹੈ, ਆਮ ਆਦਮੀ ਪਾਰਟੀ ਨੂੰ ਮੇਰਾ ਇੱਕ ਸੁਝਾਅ ਹੈ, 1 ਕਰੋੜ ਰੁਪਇਆ ਜਿਹੜਾ ਪੀਟੀਸੀ ਦੇ ਐਮਡੀ ਕਹਿ ਰਹੇ ਹੈ ਵੀ ਆ ਕੇ ਲੈ ਜਾਓ, ਜੇ ਫ੍ਰੀ ਟੈਲੀਕਾਸਟ ਨਹੀਂ ਹੁੰਦਾ ਤੇ ਤੁਸੀਂ ਜਾ ਕੇ ਫਿਰ ਆਪਣਾ ਕਿਉਂ ਨਹੀਂ ਲੈਂਦੇ, ਕਿਉਂ ਨਹੀਂ ਕਲੇਮ ਕਰਦੇ? ਨਾਲੇ ਪਾਰਟੀ ਦੇ ਫੰਡਾਂ ਨੂੰ ਫਾਇਦਾ ਹੋਊਗਾ।
ਤੇ ਗੱਲ ਇਹ ਹੈ ਬਰਾੜ ਸਾਹਿਬ ਕਿ ਫ੍ਰੀ ਟੈਲੀਕਾਸਟ ਅਸੀਂ ਤੁਹਾਡੇ ਕੋਲ ਚੋਰੀ ਨਹੀਂ ਕਰਦੇ, ਅਸੀਂ ਚੋਰੀ ਨਹੀਂ ਕਰਦੇ ਤੁਹਾਡੇ ਕੋਲ ਪਰਸੈਂਟੇਜ ਤੁਹਾਡਾ ਕੰਮ ਹੈ, 60-40 ਤੁਹਾਡਾ ਕੰਮ ਹੈ, ਸਾਡਾ ਕੰਮ ਨਹੀਂ। ਇਹ ਤੁਸੀਂ ਕਰੋ ਇਹੋ ਜਿਹੇ ਕੰਮ। ਹੁਣ ਗੁਰਬਾਣੀ ਤੋਂ ਵੀ ਖਾਣ ਦੀ ਗੱਲਾਂ ਤੁਸੀਂ ਕਰੋਗੇ। ਪਾਰਟੀ ਸਰਕਾਰ ਨੇ ਕੈਗ ਦੀ ਰਿਪੋਰਟ ਆ ਗਈ ਨਾ, ਕੈਗ ਦੀ ਰਿਪੋਰਟ ਆ ਗਈ ਨਾ, ਉਧਰ 60-40 ਖਾਂਦੇ ਰਹੇ ਹੋ, ਕੀ ਗੱਲਾਂ ਕਰ ਰਹੇ ਹੋ? ਬਰਾੜ ਸਾਹਿਬ ਕੀ ਗੱਲਾਂ ਕਰਦੇ ਨੇ? ਦੀ ਆਦਤ ਇਹ ਗੱਲਾਂ ਕੀ ਕਰਦੇ ਨੇ? 60-40 ਇਹ ਖਾਂਦੇ ਰਹੇ, ਹੁਣ ਕਹਿੰਦੇ ਜੀ ਕੋਈ ਲੈ ਲਓ ਪਾਰਟੀ ਕੋਲ ਮਿਲੇ। ਉਹ ਤੁਹਾਡੀ ਆਦਤਾਂ ਨੇ, ਹੁਣ ਤੇ ਸਾਰੇ ਇੱਕ ਦੂਜੇ ਨੂੰ ਕਹੀ ਜਾਂਦੇ ਆ ਵੀ ਇਹ ਰਲੇ ਹੋਏ ਆ, ਇਹ ਰਲੇ ਹੋਏ ਆ, ਇਹ ਰਲੇ ਹੋਏ ਆ। ਕਦੀ ਤਾਂ ਹੋਇਆ ਨਹੀਂ। ਇਲਜ਼ਾਮ ਹੀ ਇਹ ਲੱਗਦੇ ਆ, ਹੁਣ ਤੇ ਇਲਜ਼ਾਮ ਹੀ ਇਹ ਲੱਗਦੇ ਆ, ਹੁਣ ਤੇ ਇਲਜ਼ਾਮ ਹੀ ਇਹ ਲੱਗਦੇ ਆ ਖੜਿਆਲ ਸਾਹਿਬ ਇੱਕ ਦੂਸਰੇ ਤੇ ਸਾਰੇ ਇਹ ਕਹਿੰਦੇ ਨੇ ਕਿ ਇਸ ਮੁੱਦੇ ਤੇ ਇਹ ਰਲੇ ਹੋਏ ਆ। ਇਸ ਵੇ ਸਿੱਧਾ ਆਮ ਆਦਮੀ ਪਾਰਟੀ ਕਹਿ ਰਹੀ ਹੈ ਵੀ ਜੇ ਤੁਸੀਂ ਆਰਡੀਨੈਂਸ ਦੇ ਮੁੱਦੇ ਤੇ ਸਪੋਰਟ ਨਹੀਂ ਕਰਦੇ ਤਾਂ ਤੁਹਾਡੀ ਸਪੋਰਟ ਸਿੱਧੀ ਬੀਜੇਪੀ ਨੂੰ ਜਾਏਗੀ। ਐ ਤਾਂ ਆਰਡੀਐਫ ਤੇ ਇਹਨਾਂ ਦੀ ਹਾਈ ਕਮਾਂਡ ਨੇ ਕੋਈ ਸਟੈਂਡ ਨਹੀਂ ਲਿਆ, ਇਹ ਬੀਜੇਪੀ ਨੂੰ ਸਪੋਰਟ ਕਰ ਰਹੇ ਹੈ। ਬੀਬੀਐਮਬੀ ਤੇ ਹਾਈ ਕਮਾਂਡ ਨੇ ਕੋਈ ਸਟੈਂਡ ਨਹੀਂ ਲਿਆ, ਆਮ ਆਦਮੀ ਪਾਰਟੀ ਨੇ ਬੀਜੇਪੀ ਨੂੰ ਸਪੋਰਟ ਕਰ ਰਹੇ ਹੈ। ਸਿੱਕੋ ਤੇ ਕੋਈ ਸਟੈਂਡ ਨਹੀਂ ਲਿਆ, ਬੀਜੇਪੀ ਨੂੰ ਸਪੋਰਟ ਕਰ ਰਹੇ ਹੈ। ਸੋ ਤਰਕ ਤਾਂ ਸਾਹਿਬ ਆਮ ਆਦਮੀ ਪਾਰਟੀ ਕੋਲੇ ਹੈ ਨਹੀਂ। 370 ਦੀ ਗੱਲ ਜਦੋਂ ਹੋਈ ਸੀ ਇਹਨਾਂ ਨੇ ਸਟੈਂਡ ਨਹੀਂ ਲਿਆ ਜੰਮੂ ਕਸ਼ਮੀਰ ਦੇ ਨਾਲ, ਬੀਜੇਪੀ ਵਾਲਾ ਸਟੈਂਡ ਸੀਗਾ ਇਹਨਾਂ ਦਾ। ਤੁਸੀਂ ਪਤਾ ਕੀ ਖੜਿਆਲ ਸਾਹਿਬ ਗੱਲ ਜਿਹੜੀ ਸੋਚ ਕੇ ਕਰਿਆ ਕਰੋ। ਜੇ ਤੁਹਾਨੂੰ ਆਦਤ ਹੈ ਹਿੱਸੇਦਾਰੀ ਖਾਣ ਦੀ, ਹੋਰ ਕੋਈ ਆਦਤ ਨਹੀਂ ਹੈ ਤੁਹਾਨੂੰ। ਸਭ ਬਿਕਾਊ ਮਾਲ ਹੈ ਤੁਹਾਡੇ ਕੋਲ, ਅੱਧਾ ਵਿਕ ਗਿਆ, ਅੱਧਾ ਰਹਿ ਗਿਆ, ਅੱਧਾ ਵਿਕ ਜੂਗਾ। ਕੀ ਪਤਾ ਆਲੂਵਾਲੀਆ ਸਾਹਿਬ ਕੱਲ ਨੂੰ ਸਪੋਰਟ ਕਰਦੇ ਨੇ ਆਰਡੀਨੈਂਸ ਦੇ ਮੁੱਦੇ ਤੇ, ਫਿਰ ਤੁਹਾਨੂੰ ਬਿਆਨ ਵਾਪਸ ਲੈਣੇ ਵੀ ਪੈ ਸਕਦੇ ਆ। ਨਹੀਂ ਦੇਖੋ ਪਤਾ ਕੀ ਹੈ, ਜੇ ਕਾਂਗਰਸ ਕਰ ਦਿੰਦੀ ਹੈ ਜਿਹੜੀ ਕਿ ਆਮ ਆਦਮੀ ਪਾਰਟੀ ਸਪੋਰਟ ਮੰਗ ਰਹੀ ਹੈ, ਫਿਰ ਸਥਿਤੀ ਵੱਖਰੀ ਹੋਏਗੀ। ਨਹੀਂ ਕਾਂਗਰਸ ਦੀ ਆਦਤ ਹੈ ਇਹ ਵਾਕਆਊਟ ਕਰਨ ਦੀ ਆਦਤ ਹੈ। ਇਹ ਜਦ ਇਹਦੇ ਤੇ ਡਿਸਕਸ਼ਨ ਚੱਲ ਰਹੀ ਸੀ ਨਾ ਸੈਸ਼ਨ 'ਚ, ਤਦ ਵੀ ਵਾਕਆਊਟ ਕਰਕੇ ਸੀ। ਤਦ ਸਵਾਲ ਨਹੀਂ, ਡਿਬੇਟ ਦੂਸਰੇ ਪਾਸੇ ਚਲੀ ਜਾਂਦੀ ਹੈ, ਪਰ ਚਲੋ ਮਾੜੀ ਜੀ ਗੱਲ ਕਈ ਵਾਰੀ ਛੇੜਨੀ ਪੈ ਜਾਂਦੀ ਹੈ। ਮਸਲਾ ਕੱਲਾ ਆਰਡੀਨੈਂਸ ਤੇ ਸਪੋਰਟ ਕਰਨ ਦਾ ਨਹੀਂ ਹੈ, ਮਸਲਾ ਮਹਾਗਠਜੋੜ ਦਾ ਵੀ ਬਣਿਆ ਖੜਾ ਹੈ। ਅੱਗੇ ਬਹੁਤ ਕੁਝ ਹੋਰ ਅੱਗੇ ਵਧ ਰਿਹਾ ਹੈ। ਸੋ ਉਹਨਾਂ ਚੀਜ਼ਾਂ ਦੀ ਪਾਰਟੀਆਂ ਦੇ ਵਿੱਚ ਸਹਿਮਤੀ ਹੈ, 15 ਪਾਰਟੀਆਂ ਦੇ ਵਿੱਚ ਬਰਾੜ ਸਾਹਿਬ ਪੂਰੀ ਸਹਿਮਤੀ ਹੈ। ਕੱਲੀ ਆਮ ਆਦਮੀ ਪਾਰਟੀ ਸੀ ਜਿਹਨੂੰ ਦਿੱਕਤ ਸੀਗੀ ਉਸ ਦਿਨ। ਇੱਕ ਐਮਪੀ ਹੈ ਇਹਨਾਂ ਦਾ, ਵੱਡੀਆਂ ਪਾਰਟੀਆਂ ਬੈਠੀਆਂ ਟੇਬਲ ਤੇ, ਤੁਹਾਨੂੰ ਬੜੀ ਦਿੱਕਤ। ਉਹ ਤੁਹਾਡੀ ਵੱਡੀਆਂ ਪਾਰਟੀਆਂ ਹੀ ਛੋਟੀ ਪਾਰਟੀ ਨੇ ਹਰਾਤਾ, ਤੁਹਾਡੀ ਵੱਡੀ ਪਾਰਟੀ ਨੂੰ ਛੋਟੀ ਪਾਰਟੀ ਨੇ ਦਿੱਲੀ 'ਚ ਹਰਾਤਾ, ਇੱਥੇ ਵੀ ਹਰਾਤਾ। ਚਲੋ ਗੱਲਾਂ ਕਰ ਰਹੇ ਹੋ, ਕਿਹੜੀ ਵੱਡੀ ਪਾਰਟੀ ਤੁਹਾਡੀ? ਕਿੰਨੇ ਐਮਪੀ ਨੇ ਤੁਹਾਡੇ? ਚਲੋ ਮੈਂ ਸੋਢੀ ਸਾਹਿਬ ਤੋਂ ਕੀ ਗੱਲਾਂ ਕਰ ਰਹੇ ਹੋ? ਸਾਹਿਬ ਤੁਸੀਂ ਕਮੈਂਟ ਦੇ ਰਹੇ ਹੋ, ਕੁੱਲ ਮਿਲਾ ਕੇ ਇਲਜ਼ਾਮ ਬੀਜੇਪੀ ਨਾਲ ਰਲਦੇ ਹੀ ਲੱਗਦੇ ਆ, ਚਾਹੇ ਉਹ ਲਾਵੇ ਚਾਹੇ ਉਹ ਲਾਵੇ। ਹੁਣ ਮਸਲਾ ਕਿਉਂਕਿ ਬਿੱਲਾਂ ਤੇ ਵੀ ਆਇਆ ਖੜਾ ਹੈ, ਹੋਰ ਵੀ ਇੱਕ ਦੋ ਬਿੱਲ ਨੇ। ਇੱਕ ਜਿਹੜਾ ਪੰਜਾਬ ਪੁਲਿਸ ਸੋਧ ਐਕਟ ਹੈ ਉਹ ਵੀ ਹੈ, ਔਰ ਇੱਕ ਚਾਂਸਲਰ ਲਾਉਣ ਵਾਲਾ ਵੀ ਹੈ। ਬਿੱਲ ਤੇ ਹੋਰ ਵੀ ਨੇ, ਪਰ ਚਲੋ ਆਪਣਾ ਕਿਉਂਕਿ ਟੌਪਿਕ ਸਿੱਖ ਗੁਰਦੁਆਰਾ ਅਮੈਂਡਮੈਂਟ ਬਿੱਲ ਦਾ ਸੀ, ਇਸ ਕਰਕੇ ਜ਼ਿਆਦਾ ਫੋਕਸ ਉਹਦੇ ਤੇ ਰਿਹਾ। ਆਖਰੀ ਕਮੈਂਟਸ ਲੈਣੇ ਤੁਹਾਡੇ ਛੋਟੀ ਸਾਹਿਬ। ਦੇਖੋ ਆਪਣਾ ਵਿਜੇਪਾਲ ਜੀ, ਮੇਰਾ ਕਹਿਣਾ ਇਹ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਉਹਨੂੰ ਆਪਣੇ ਕਾਨੂੰਨੀ ਮਾਹਰਾਂ ਤੋਂ ਰਹਿ ਲੈ ਕੇ ਇਹ ਕੰਮ ਕਰਨਾ ਚਾਹੀਦਾ ਸੀ। ਲੇਕਿਨ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਜੇ ਕਾਂਗਰਸ ਕਹਿੰਦੀ ਹੈ ਵੀ ਆਮ ਆਦਮੀ ਪਾਰਟੀ ਉਹ ਵੀ ਹੈ, ਤੇ ਜੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਰਲੇ ਹੋਏ ਨੇ, ਸਾਡਾ ਕੋਈ ਕਿਸੇ ਨਾਲ ਰਲੇਵਾ ਨਹੀਂ ਹੈ। ਅਸੀਂ ਤਾਂ ਇਹ ਕਹਿੰਦੇ ਆ ਕਿ ਜਿਹੜਾ ਵੀ ਕੰਮ ਆ ਉਹ ਕਾਨੂੰਨ ਮੁਤਾਬਕ ਹੋਣਾ ਚਾਹੀਦਾ। ਪੰਜਾਬ ਸਰਕਾਰ ਜਿਹੜੀ ਇਹ ਕਹਿੰਦੇ ਨੇ ਕਿ ਭਗਵੰਤ ਮਾਨ ਜੀ ਸਾਰੇ ਵਾਅਦੇ ਪੂਰੇ ਕਰਦੇ ਆ, ਤੇ ਮੈਨੂੰ ਫਿਰ ਐਡ ਕਰਨੀ ਪੈਂਦੀ ਹੈ ਗੱਲ, ਅੱਜ ਕਿਸਾਨ ਮੂੰਗੀ ਤੇ ਮੱਕੀ ਦੀ ਫਸਲ ਤੇ MSP ਲੈਣ ਵਾਸਤੇ ਧਰਨੇ ਕਿਉਂ ਦੇ ਰਹੇ? ਅੱਜ ਪੰਜਾਬ ਧਾਰਿਆਂ ਦਾ ਸ਼ਹਿਰ ਕਿਉਂ ਬਣਿਆ ਪਿਆ? ਕਿਹੜੀਆਂ ਇਹਨਾਂ ਨੇ ਮੰਗਾਂ ਪੂਰੀਆਂ ਕਰਨੀਆਂ? ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ, ਧਾਰਮਿਕ ਮਾਮਲਿਆਂ 'ਚ ਦਖਲ ਨਾ ਦਿਓ। ਤੁਸੀਂ ਚੁੱਪ ਕਰਕੇ ਪੰਜਾਬ ਨੂੰ ਸਾਂਭੋ। ਤੇ ਸਾਡੇ ਮੁੱਖ ਮੰਤਰੀ ਤਾਂ ਉਹ ਕੇਜਰੀਵਾਲ ਜੀ ਦੇ ਇਸ਼ਾਰੇ ਤੇ ਪੰਜਾਬ ਨੂੰ ਸੁਣਨਾ ਛੱਡ ਕੇ ਬਾਹਰ ਤੁਰੇ ਫਿਰਦੇ, ਉਹਨਾਂ ਨੇ ਕੀ ਲੈਣਾ ਮੀਟਿੰਗਾਂ ਤੋਂ? ਸਮਾਂ ਖਤਮ ਹੋ ਗਿਆ ਸੋਢੀ ਸਾਹਿਬ, ਮੈਂ ਸਾਰੇ ਮਹਿਮਾਨਾਂ ਤੋਂ ਹੁਣ ਮਾਫੀ ਚਾਹੂੰਗਾ। ਕੋਸ਼ਿਸ਼ ਇਹੀ ਸੀ ਕਿ ਹੁਣ ਜਿਵੇਂ SGPC ਨੇ ਕਿਹਾ ਤੇ ਅਸੀਂ ਉਸ ਤੇ ਅੱਗੇ ਵੀ ਮੋਰਚਾ ਲਾਵਾਂਗੇ, ਜਾਂ ਅਸੀਂ ਕੇਂਦਰ ਨੂੰ ਮਿਲਾਂਗੇ, ਔਰ ਜਾਂ ਸਰਕਾਰ ਨੂੰ ਇਹ ਕਿਹਾ ਸੀ ਕਿ ਤੁਰੰਤ ਵਾਪਸ ਲਓ, ਪਰ ਸਰਕਾਰ ਨੇ ਇਸ ਬਿੱਲ ਨੂੰ ਗਵਰਨਰ ਦੇ ਕੋਲ ਭੇਜ ਦਿੱਤਾ ਹੈ। ਗਵਰਨਰ ਇਸ ਤੇ ਕੀ ਫੈਸਲਾ ਲੈਂਦੇ ਨੇ ਇਹ ਦੇਖਣਾ ਹੋਏਗਾ, ਪਰ ਇਸ ਮੁੱਦੇ ਨੇ ਪੰਜਾਬ ਦੀ ਸਿਆਸਤ ਨੂੰ ਜ਼ਰੂਰ ਗਰਮਾ ਕੇ ਰੱਖਿਆ ਹੋਇਆ, ਔਰ ਅਗਲੇ ਦਿਨਾਂ ਦੇ ਵਿੱਚ ਵੀ ਫਿਲਹਾਲ ਲਈ ਇਹ ਮੁੱਦਾ ਗਰਮਾਇਆ ਹੀ ਰਹੇਗਾ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇੱਕ ਵਾਰੀ ਫਿਰ ਇਸ ਡਿਬੇਟ 'ਚ ਹਿੱਸਾ ਲੈਣ ਲਈ। ਹੋਰ ਖਬਰਾਂ ਲਈ ਨਿਊਜ਼ 18 ਪੰਜਾਬ ਦੇ ਨਾਲ ਜੁੜੇ ਰਹੋ।